ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA TV ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਦੀ, ਆਰਥਿਕ ਹਾਲਤ ਦੀ ਤੇ ਸਮਾਜਿਕ ਦਸ਼ਾ ਦੀ। ਸੋ ਅੱਜ ਵੀ ਬਹੁਤ ਸਾਰੀਆਂ ਖਬਰਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਉਹਨਾਂ ਖਬਰਾਂ ਦੇ ਉੱਤੇ ਤਬਸਰਾ ਕਰਨ ਦੇ ਲਈ, ਟਿੱਪਣੀ ਕਰਨ ਦੇ ਲਈ, ਵਿਚਾਰ ਵਟਾਂਦਰਾ ਕਰਨ ਦੇ ਲਈ ਸਾਡੇ ਨਾਲ ਸ਼ਾਮਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਮਲ ਹੋਣਗੇ ਸੀਨੀਅਰ ਜਰਨਲਿਸਟ ਸਰਦਾਰ ਨਰਿੰਦਰ ਸਿੰਘ ਸੱਤੀ ਜੀ। ਆਓ ਸਭ ਤੋਂ ਪਹਿਲਾਂ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਸੱਤੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਲ ਜੀ। ਸੱਤੀ ਸਾਹਿਬ, ਕੀ ਹਾਲ ਚਾਲ ਹੈ? ਬਿਲਕੁਲ ਚੜ੍ਹਦੀ ਕਲਾ ਜੀ। ਬਾਕੀ ਦੇਖੋ, ਪੰਜਾਬ ਦੇ ਹਾਲਾਤ ਇਸ ਵਕਤ ਇਸ ਤਰ੍ਹਾਂ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਹੈ, ਬੱਚੇ ਹੈ ਜੀ, ਉਹਨਾਂ 'ਚ ਖੁਸ਼ੀ ਦੀ ਲਹਿਰ ਵੀ ਹੈ ਤੇ ਕੁਝ ਜਿਹੜੇ ਮਿਹਨਤੀ ਸੀ ਉਹਨਾਂ ਦੇ ਵਿੱਚ ਦੁੱਖ ਦੀ ਲਹਿਰ ਵੀ ਹੈ। ਹੁਣ ਉਹ ਇਸ ਤਰ੍ਹਾਂ ਕਿ ਕਈ ਤਾਂ ਪਾਸ ਹੋ ਗਏ ਬਿਨਾਂ ਪੇਪਰ ਦਿੱਤੇ ਹੀ ਜੀ ਜੀ ਜੀ, ਔਰ ਕਈ ਜਿਹੜੇ ਨੇ ਉਹ ਵਿਚਾਰੇ ਉਡੀਕਣਗੇ ਕਿ ਸ਼ਾਇਦ ਉਹਨਾਂ ਦੇ ਨੰਬਰ ਉਸ ਹਿਸਾਬ ਨਾਲ ਨਾ ਲੱਗਣ ਜਿਸ ਹਿਸਾਬ ਨਾਲ ਉਹਨਾਂ ਨੇ ਮਿਹਨਤ ਤਿਆਰੀ ਕੀਤੀ ਸੀ। ਜੀ, ਮੈਂ ਸਮਝਦਾ ਤੁਹਾਡੀ ਮੁਰਾਦ CBSE ਦੇ ਇਮਤਿਹਾਨਾਂ ਤੋਂ ਆ। ਬਿਲਕੁਲ ਜੀ, ਜਿੱਥੇ ਦੇਖੋ ਇੱਕ ਪਾਸੇ CBSE ਨੇ ਹੱਲੇ ਪੇਪਰ ਲੈਣੇ ਸੀ ਤੇ ਵਿਦਿਆਰਥੀਆਂ ਨੂੰ ਆਸ ਸੀ ਕਿ ਉਹਨਾਂ ਦਾ ਨਤੀਜਾ ਉਸ ਹਿਸਾਬ ਨਾਲ ਨਿਕਲੇਗਾ। ਦੂਜੇ ਪਾਸੇ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਵੀ ਪੇਪਰ ਹੋਣ ਵਾਲੇ ਨੇ। 2022 ਜਿਹੜਾ ਕੋਲ ਆਉਂਦਾ ਜਾ ਰਿਹਾ। ਜੀ ਜੀ, ਇੱਦਾਂ ਆ ਭਈ ਕਮਲ ਜੀ, ਪਹਿਲਾਂ ਆਪਾਂ CBSE ਦੀ ਗੱਲ ਕਰਦੇ ਹਾਂ ਜੀ। ਭਈ ਬੜੇ ਕਿਆਸ ਰਾਈਆਂ ਸੀਗੀਆਂ ਵੀ ਪੇਪਰ ਹੋਣਗੇ ਨਹੀਂ ਹੋਣਗੇ, ਬੱਚੇ ਵੀ ਭੰਬਲ ਭੂਸੇ 'ਚ ਸੀ, ਸਕੂਲਾਂ ਦੀ ਮੈਨੇਜਮੈਂਟ, ਅਧਿਆਪਕ, ਕੋਈ ਸਥਿਤੀ ਸਪਸ਼ਟ ਨਹੀਂ ਸੀ। ਬਿਲਕੁਲ। ਪਰ ਕੱਲ੍ਹ ਜਿਹੜੀ ਮੀਟਿੰਗ ਹੋਣੀ ਸੀ 1 ਜੂਨ ਨੂੰ, ਉਸ ਪਿੱਛੋਂ ਕਿਉਂਕਿ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜਾ ਉਹ ਮੌਜੂਦਗੀ 'ਚ, ਪ੍ਰਧਾਨਗੀ 'ਚ ਉਹ ਮੀਟਿੰਗ ਹੋਈ ਹੈ ਔਰ ਹਾਈ ਪਾਵਰ ਕਮੇਟੀ ਜਿਹੜੀ ਆ ਐਜੂਕੇਸ਼ਨ ਨਾਲ ਸੰਬੰਧਿਤ ਉਹਦੀ ਮੀਟਿੰਗ ਸੀ ਜੀ। ਉਹਦੇ 'ਚ ਤਾਂ ਇਹੀ ਫੈਸਲਾ ਲਿਆ ਗਿਆ ਵੀ ਇਮਤਿਹਾਨ ਜਿਹੜੇ ਨੇ ਉਹ ਰੱਦ ਹੋ ਗਏ ਆ, ਕੈਂਸਲ ਕਰ ਦਿੱਤੇ ਗਏ ਆ। ਜੀ। ਫਿਰ 2-3 ਬਦਲ ਸੀਗੇ ਵੀ ਬੱਚਿਆਂ ਨੂੰ ਅਗਲੀ ਜਮਾਤ ਦੇ ਵਿੱਚ ਕਿਵੇਂ ਚੜਾਉਣਾ, ਪ੍ਰਮੋਟ ਕਿਵੇਂ ਕਰਨਾ। ਬਿਲਕੁਲ। ਸੋ ਉਹ ਇੱਦਾਂ ਸੀਗਾ ਵੀ ਜਾਂ ਤਾਂ ਥੋੜ੍ਹੇ ਪੇਪਰ ਲੈ ਲਏ ਜਾਣ ਖਾਸ ਵਿਸ਼ਿਆਂ ਦੇ। ਬਿਲਕੁਲ। ਇੱਕ ਇਹ ਆਪਸ਼ਨ ਵੀ ਸੀਗੀ ਜੀ। ਠੀਕ ਹੈ ਵੀ ਇੱਦਾਂ ਨਹੀਂ ਤਾਂ ਇੱਦਾਂ ਕਰ ਲਓ, ਬੱਚਿਆਂ ਦੇ ਜਿਹੜੇ ਮੁੱਖ ਜਿਹੜੇ ਸਬਜੈਕਟ ਨੇ ਉਹਨਾਂ ਦਾ ਇਮਤਿਹਾਨ ਲੈ ਲਓ, ਹੈ ਨਾ। ਜੀ। ਇੱਕ ਅੱਧਾ ਕੋਈ ਹੋਰ ਬਦਲ ਸੀਗਾ। ਪਰ ਹੁਣ ਜਿਹੜਾ ਇਹ ਬਦਲ ਪ੍ਰਧਾਨ ਮੰਤਰੀ ਹੋਰੀ ਕਿਹਾ ਵੀ ਨਹੀਂ, ਜਿਹੜੀ ਮੌਜੂਦਾ ਸਥਿਤੀ ਆ ਦੇਸ਼ ਵਿੱਚ, ਕਰੋਨਾ ਦੇ ਹਾਲਾਤ ਦੇ ਮੱਦੇਨਜ਼ਰ ਇਮਤਿਹਾਨ ਕਰਵਾਉਣੇ ਵਾਜਬ ਨਹੀਂ। ਜੀ। ਕਿਉਂਕਿ ਦੇਸ਼ ਭਰ ਦੇ ਵਿੱਚ ਲੱਖਾਂ ਵਿਦਿਆਰਥੀਆਂ ਨੇ ਅਪੀਅਰ ਹੋਣਾ ਸੀ, ਸੋ ਉਹਨਾਂ ਦੀ ਜਾਨ ਨੂੰ ਵੀ ਖਤਰਾ। ਸੋ ਆਪਸ ਵਿੱਚ ਜਿਹੜਾ ਸਟਾਫ ਇਕੱਠਾ ਹੋਣਾ ਸੀ, ਕੋਈ ਮੈਨੇਜ ਕਰਨਾ ਵੀ, ਉਹ ਸਾਰਾ ਅੱਜ ਦੇ ਹਾਲਾਤ ਦੇ ਮੁਤਾਬਕ ਜਿਹੜਾ ਉਹ ਖਤਰੇ ਤੋਂ ਖਾਲੀ ਨਹੀਂ। ਤੇ ਇਸ ਕਰਕੇ ਇਮਤਿਹਾਨ ਰੱਦ ਕਰਨੇ ਜਿਹੜਾ ਉਹ ਬਿਹਤਰ ਬਦਲ ਹੈਗਾ। ਸੋ ਦੂਸਰਾ ਇਹ ਪਈ ਫਿਰ ਬੱਚਿਆਂ ਨੂੰ ਅਗਲੀ ਜਮਾਤ 'ਚ ਕਿਵੇਂ ਚੜਾਇਆ ਜਾਵੇ, ਤਾਂ ਉਹ ਇਸੇ ਤਰ੍ਹਾਂ ਹੀ ਆ ਵੀ 9ਵੀਂ 10ਵੀਂ ਤੇ 11ਵੀਂ 'ਚ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਸੀਗੀ ਜੀ, ਉਹਦੇ ਆਧਾਰ ਤੇ ਬੱਚਿਆਂ ਨੂੰ ਅਗਲੀ ਜਮਾਤ ਦੇ ਵਿੱਚ ਪ੍ਰਮੋਟ ਕੀਤਾ ਜਾਊਗਾ। ਹੁਣ ਉਹਨਾਂ ਨੰਬਰਾਂ ਦੇ ਆਧਾਰ ਤੇ ਨੰਬਰ ਦਿੱਤੇ ਜਾਣਗੇ। ਸੋ ਇੱਕ ਤਰ੍ਹਾਂ ਨਾਲ ਤਾਂ ਬੱਚਿਆਂ ਲਈ ਰਾਹਤ ਆ, ਠੀਕ, ਸਕੂਲਾਂ ਦੇ ਪ੍ਰਬੰਧਕਾਂ ਲਈ ਰਾਹਤ ਆ, ਅਧਿਆਪਕਾਂ ਲਈ ਰਾਹਤ ਆ। ਦੂਜੇ ਬੰਨੇ ਜਿਹੜੇ ਮਿਹਨਤੀ ਬੱਚੇ ਆ ਜੀ, ਉਹ ਦੇਖੋ ਬੱਚਿਆਂ ਨੂੰ, ਜਿਹੜੇ ਮਿਹਨਤੀ ਬੱਚੇ ਉਹ ਤਾਂ ਡਰਦੇ ਨੇ। ਹਾਲਾਂਕਿ ਕਿਹਾ ਗਿਆ ਕੱਲ ਮੀਟਿੰਗ ਦੇ ਵਿੱਚ ਵੀ ਬੱਚੇ ਤਣਾਅ 'ਚ ਆ। ਤਣਾਅ ਤਾਂ ਦੇਖੋ ਸੁਭਾਵਿਕ ਆ, ਇਮਤਿਹਾਨਾਂ 'ਚ ਬੱਚਿਆਂ ਨੂੰ ਤਣਾਅ ਹੋਣਾ ਹੀ ਹੁੰਦਾ। ਪਰ ਜਿਹੜੇ ਮਿਹਨਤੀ ਬੱਚੇ ਆ ਤੇ ਜਿਹੜੇ ਘੱਟ ਮਿਹਨਤ ਵਾਲੇ ਆ, ਉਹਨਾਂ ਦਾ ਕੋਈ ਇਸ ਤਰ੍ਹਾਂ ਫਰਕ ਨਹੀਂ ਰਹਿ ਜਾਂਦਾ ਹੈਗਾ, ਹੈ ਨਾ। ਕਿਉਂਕਿ 6 ਮਹੀਨਿਆਂ ਬਾਅਦ ਬੱਚੇ ਦੀ ਮਾਨਸਿਕ ਸਥਿਤੀ ਹੋਰ ਹੁੰਦੀ ਆ, ਸਾਲ ਬਾਅਦ ਹੋਰ ਹੁੰਦੀ ਆ। ਕੋਈ ਘੱਟ ਮਿਹਨਤ ਕਰਦਾ, ਕੋਈ ਵੱਧ ਮਿਹਨਤ ਕਰਦਾ, ਪਰ ਕੁੱਲ ਮਿਲਾ ਕੇ ਇਹ ਰਾਹਤ ਭਰੀ ਖਬਰ ਹੀ ਹੈ ਸਕੂਲਾਂ ਲਈ ਤੇ ਬੱਚਿਆਂ ਲਈ। ਅੱਛਾ ਸੱਤੀ ਸਾਹਿਬ, ਤੁਸੀਂ ਕੀ ਸੋਚਦੇ ਹੋ ਕਿ ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਇਸ ਤਰੀਕੇ ਦੇ ਨਾਲ ਸਿਰਫ ਪਿਛਲੇ ਨੰਬਰਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਪਾਸ ਕਰ ਦਿੱਤਾ ਜਾਏਗਾ, ਨੰਬਰ ਵੀ ਉਹਨਾਂ ਦੇ ਅੱਗੇ ਇਸ ਤਰੀਕੇ ਦੇ ਨਾਲ ਚੜਾ ਦਿੱਤੇ ਜਾਣਗੇ। ਕੁਝ ਕੁ ਮੈਂ ਸੁਣਿਆ ਕਿ CBSE ਨੇ ਇਹ ਵੀ ਕਿਹਾ ਹੈ ਕਿ ਜੇਕਰ ਵਿਦਿਆਰਥੀ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹੋਏਗਾ ਤਾਂ ਫਿਰ ਉਹ ਦੁਬਾਰਾ ਤੋਂ ਉਹਨੂੰ ਇੱਕ ਮੌਕਾ ਦਿੱਤਾ ਜਾਏਗਾ ਕਿ ਉਹ ਪੇਪਰ ਵੀ ਦੇ ਸਕਦਾ ਹੈ। ਜੀ ਹਾਂ, ਇਹ ਇੱਕ ਬਦਲ ਰੱਖਿਆ ਵੀ ਜਿਹੜੇ ਵਿਦਿਆਰਥੀਆਂ ਨੂੰ, ਦੇਖੋ ਇਹ ਵੀ ਇੱਕ ਚੰਗੀ ਗੱਲ ਹੈ ਜੀ ਭਈ ਜਿਹੜੇ ਵਿਦਿਆਰਥੀ ਸੈਟਿਸਫਾਈਡ ਨਹੀਂ ਪਈ, ਨਹੀਂ ਮੇਰੀ ਪਰਫਾਰਮੈਂਸ ਇਹ ਤੋਂ ਬਿਹਤਰ ਹੋ ਸਕਦੀ ਸੀ, ਸੋ ਉਹਨਾਂ ਨੂੰ ਲਿਖਤ ਇਮਤਿਹਾਨ ਲਈ ਵੀ ਫਿਰ ਲਿਖਤ ਜਾਂ ਆਨਲਾਈਨ ਜਿਵੇਂ ਵੀ ਪ੍ਰਬੰਧ ਕਰਦੀ ਹੈ ਸਰਕਾਰ, ਉਹ ਇੱਕ ਮੌਕਾ ਜ਼ਰੂਰ ਮਿਲੇਗਾ। ਅੱਛਾ, ਜਿਹੜੇ ਛੋਟੀ ਜਮਾਤਾਂ ਦੇ ਵਿਦਿਆਰਥੀ ਉਹਨਾਂ ਨੂੰ ਤਾਂ ਅਸੀਂ ਇਹ ਸਮਝ ਸਕਦੇ ਹਾਂ ਕਿ ਉਹਨਾਂ ਨੇ ਅਗਲੀ ਜਮਾਤ ਦੇ ਵਿੱਚ
ਪ੍ਰਮੋਟ ਜਾਣਾ, ਹੋਣਾ, ਪ੍ਰਮੋਟ ਹੋ ਅਗਲੀ ਜਾਣਾ ਜਮਾਤ ਤੇ ਹੈਗਾ। ਚੜ੍ਹਨਾ। ਲੇਕਿਨ ਜਿਹੜੇ ਖਾਸ ਤੌਰ ਦੇ ਉੱਤੇ 12ਵੀਂ ਜਮਾਤ ਦੇ ਵਿਦਿਆਰਥੀ ਹੈ, ਉਹ ਇੱਕ ਤੁਹਾਨੂੰ ਨਹੀਂ ਲੱਗਦਾ ਕਿ ਸਮਾਜ ਦੇ ਲਈ ਇੱਕ ਬਹੁਤ ਵੱਡਾ ਥੰਮ ਹੁੰਦੇ ਨੇ, ਕਿਉਂਕਿ ਉਹਨਾਂ ਨੇ ਕਈ ਪ੍ਰੋਫੈਸ਼ਨਲ ਕਾਲਜਸ ਦੇ ਵਿੱਚ ਜਾਣਾ ਹੁੰਦਾ ਹੈ, ਉੱਥੇ ਜਾ ਕੇ ਉਹਨਾਂ ਨੇ ਆਪਣੇ ਇਮਤਿਹਾਨ ਦੇਣੇ ਹੁੰਦੇ ਆ, ਡਾਕਟਰੀ ਦੀ ਲਾਈਨ 'ਚ ਜਾਣਾ ਹੈ, ਇੰਜੀਨੀਅਰਿੰਗ ਦੀ ਲਾਈਨ 'ਚ ਜਾਣਾ, ਤੇ ਇਹ ਦੇਸ਼ ਨੂੰ ਇੱਕ ਬੜਾ ਧੱਕਾ ਜਿਹਾ। ਦੇਖੋ, ਇੱਕ ਤਰ੍ਹਾਂ ਨਾਲ ਤਾਂ ਧੱਕਾ ਕਮਲ ਜੀ, ਕੋਈ ਸੋਸ਼ਲ ਸਾਇੰਸਿਸ ਵਿੱਚ ਜਾਂਦਾ, ਕੋਈ ਇੰਜੀਨੀਅਰਿੰਗ ਸਾਈਡ ਤੇ ਜਾਂਦਾ, ਮੈਡੀਕਲ ਨਾਨ ਮੈਡੀਕਲ 'ਚ ਜਾਂਦਾ ਹੈਗਾ। ਹੁਣ ਤਾਂ ਇੰਨੇ ਮੁਖਤਲਿਫ ਵਿਸ਼ੇ ਨੇ, ਇੰਨਾ ਵੇਰੀ ਕਰਦਾ ਸਾਰਾ ਕੁਛ, ਪਈ ਕੋਈ ਵਿਦਿਆਰਥੀ ਕਿਤੇ ਜਾ ਰਿਹਾ, ਕੋਈ ਸਬਜੈਕਟ ਹੀ ਇੰਨੇ ਆ ਗਏ, ਕੋਰਸਿਸ ਇੰਨੇ ਆ ਗਏ ਆ। ਗੱਲ ਤਾਂ ਤੁਹਾਡੀ ਠੀਕ ਹੈ, ਪਰ ਹੁਣ ਜਿਹੜੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਮੈਂ ਸਮਝਦਾ ਪਈ ਇਹ ਬਿਹਤਰ ਬਦਲਿਆ ਤੇ ਰਾਹਤ ਦੇਣ ਵਾਲਾ ਬਦਲ ਹੈਗਾ, ਰਾਹਤ ਦੇਣ ਵਾਲਾ ਬਦਲ ਹੈ। ਠੀਕ ਹੈ ਜੀ, ਚਲੋ ਬਹੁਤ ਚੰਗੀ ਗੱਲ ਹੈ ਕਿ ਸਰਕਾਰ ਨੂੰ ਲੋਕਾਂ ਦੇ ਪ੍ਰਤੀ ਪਹਿਲੇ ਸਹੀ ਤਰੀਕੇ ਦੇ ਨਾਲ ਸੋਚ ਰੱਖਣੀ ਚਾਹੀਦੀ ਹੈ, ਔਰ ਖਾਸ ਤੌਰ ਦੇ ਉੱਤੇ ਜਿਹੜੀ ਤੀਜੀ ਲਹਿਰ ਦਾ ਇਹ ਇੱਕ ਖਦਸ਼ਾ ਬਣਿਆ ਹੋਇਆ ਸੀ ਕਿ ਬੱਚਿਆਂ ਦੇ ਉੱਤੇ ਕਾਫੀ ਪ੍ਰਭਾਵੀ ਹੋਏਗੀ ਜੀ, ਉਹਦੇ ਲਈ ਵੀ ਸਰਕਾਰ ਵੱਲੋਂ ਇੱਕ ਚੰਗਾ ਕਦਮ ਹੈ। ਅੱਛਾ, ਚਲੋ ਹੁਣ ਦੂਜੇ ਪਾਸੇ ਚੱਲਦੇ ਹਾਂ, ਜਿਹੜੀ ਗੱਲ ਮੈਂ ਪਹਿਲਾਂ ਸ਼ੁਰੂਆਤ ਇਹਦੀ ਕੀਤੀ ਸੀ ਕਿ ਇਮਤਿਹਾਨ ਵੱਡਿਆਂ ਦੇ ਵੀ ਹੋਣ ਵਾਲੇ ਹੈ ਜੀ, ਹੈ ਨਾ। ਇੱਦਾਂ ਪਈ ਦੇਖੋ, ਇੱਕ ਤਾਂ ਹੁਣ ਗਰਮੀ ਵੱਧ ਰਹੀ ਆ। ਬਿਲਕੁਲ। ਵੈਸੇ ਤਾਂ ਐਤਕੀ ਮਈ ਮਹੀਨਾ ਜਿਹੜਾ ਆ ਉਹ ਵੀ ਮੀਂਹ ਹਨੇਰੀਆਂ 'ਚ ਨਿਕਲ ਗਿਆ। ਆਮ ਤੌਰ ਤੇ ਇੱਦਾਂ ਹੁੰਦਾ ਨਹੀਂ ਪਈ ਮਈ 'ਚ ਵੀ ਬਾਰਿਸ਼ਾਂ ਹੁੰਦੀਆਂ ਹੋਣ, ਜੀ, ਜੂਨ ਦੇ ਅਖੀਰ ਜਾਂ ਜੁਲਾਈ 'ਚ ਜਾ ਕੇ ਬਰਸਾਤ ਸ਼ੁਰੂ ਹੁੰਦੀ ਆ, ਮਾਨਸੂਨ ਦੇ ਜਦੋਂ ਆਉਂਦੀ ਆ। ਪਰ ਮੌਸਮ ਦੇ ਵਿੱਚ ਆਲਮੀ ਤਬਦੀਲੀਆਂ ਆ ਰਹੀਆਂ, ਚਾਹੇ ਉਹਦੀ ਵਜ੍ਹਾ ਤਪਸ਼ ਹੈ, ਚਾਹੇ ਉਹ ਐਮਿਸ਼ਨਸ ਨੇ, ਕੁਛ ਵੀ ਹੋ ਸਕਦੀ ਹੈ। ਕਿਤੇ ਗਲੇਸ਼ੀਅਰ ਪਿਘਲ ਰਹੇ ਆ, ਕਿਤੇ ਤੂਫਾਨ ਆ ਰਹੇ ਆ। ਕੈਨੇਡਾ ਦੇ ਅੰਟਾਰੀਓ ਦੇ ਵਿੱਚ ਬਰਫ਼ ਪੈਣ ਡਈ ਸੀ 5-7 ਦਿਨ ਪਹਿਲਾਂ, ਠੀਕ ਹੈ, ਮਈ ਮਹੀਨੇ ਨਹੀਂ ਤਾਂ ਕਿੱਥੇ ਉੱਥੇ ਟੈਂਪਰੇਚਰ 28-30 ਸੀ, ਫਿਰ ਮੁੜ ਕੇ 0 ਤੇ ਆ ਗਿਆ। ਆਪਣੇ ਪੰਜਾਬ 'ਚ ਹਾਲੇ ਤੱਕ ਉਨੀ ਕੜਾਕੇ ਵਾਲੀ ਗਰਮੀ ਨਹੀਂ ਹੈ, ਪਰ ਕਿਉਂਕਿ ਹੁਣ ਜੂਨ ਆ ਗਿਆ, ਗਰਮੀ ਵੱਧ ਰਹੀ ਆ ਜੀ, ਉਹਦੇ ਨਾਲ ਸਿਆਸੀ ਗਰਮੀ ਵੀ ਵੱਧ ਰਹੀ ਆ। ਜਿਵੇਂ ਤੁਸੀਂ ਕਹਿੰਦੇ ਆ ਵੀ ਚੋਣਾਂ ਸਿਰ ਤੇ ਆ ਗਈਆਂ। ਬਿਲਕੁਲ ਜੀ। ਦੇਖੋ, ਪੰਜਾਬ 'ਚ ਵੀ ਫਰਵਰੀ ਮਹੀਨੇ ਅਗਲੇ ਵਰੇ ਚੋਣਾਂ ਹੋਣੀਆਂ, ਔਰ ਹੁਣ ਇਹ ਸਪਸ਼ਟ ਹੋ ਗਿਆ ਵੀ ਚੋਣਾਂ ਹਰ ਹਾਲਤ ਵਿੱਚ ਹੋਣੀਆਂ, ਜਿਨ੍ਹਾਂ ਵੀ ਸੂਬਿਆਂ 'ਚ ਹੋਣੀਆਂ ਨੇ। ਤੇ ਪੰਜਾਬ ਸਰਕਾਰ ਦੇ ਖਿਲਾਫ ਖਾਸ ਕਰਕੇ ਕੈਪਟਨ ਸਾਹਿਬ ਜਿਹੜੇ ਜੀ, ਧੜੇਬੰਦੀਆਂ ਤਾਂ ਹਰੇਕ ਸਿਆਸੀ ਪਾਰਟੀ 'ਚ ਹੁੰਦੀਆਂ ਨੇ, ਪਰ ਜਿੰਨਾ ਵਿਰੋਧ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੋ ਰਿਹਾ ਜੀ, ਮੁੱਖ ਮੰਤਰੀ ਪੰਜਾਬ ਦਾ, ਉਹਨਾਂ ਸ਼ਾਇਦ ਹੀ ਕਦੀ ਕਿਸੇ ਮੁੱਖ ਮੰਤਰੀ ਦਾ ਹੋਇਆ ਹੋਵੇ। ਪਹਿਲਾਂ ਤਾਂ ਨਵਜੋਤ ਸਿੱਧੂ ਹੋਰੀ ਆਵਾਜ਼ ਚੁੱਕੀ ਉਹਨਾਂ ਦੇ ਖਿਲਾਫ, ਠੀਕ ਹੈ, ਉਹ ਟਵੀਟ ਕਰਦੇ ਆ, ਅਕਸਰ ਹੀ ਬੋਲਦੇ ਨੇ, ਚਾਹੇ ਉਹ ਫੇਸਬੁੱਕ ਉਹਨਾਂ ਦੀ ਵਾਲ ਹੋਵੇ, ਚਾਹੇ ਉਹ ਹੋਰ ਜਿਹੜੇ ਨੇ ਡਿਜੀਟਲ ਪਲੇਟਫਾਰਮ ਉਹਨਾਂ 'ਤੇ, ਫਿਰ ਉਹ ਖੁੱਲ੍ਹ ਖੁੱਲ੍ਹਾ ਵੀ ਵਿਰੋਧ ਕਰਦੇ ਆ। ਪਿਛਲੇ ਦਿਨੀ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਵੀ ਮਾਰਿਆ। ਪਟਿਆਲੇ ਉਹਨਾਂ ਨੇ ਆਪਣੇ ਘਰ 'ਤੇ ਕਾਲਾ ਝੰਡਾ ਝੁਲਾਇਆ, ਜਿਹਨੂੰ ਜਦੋਂ 26 ਮਈ ਨੂੰ 6 ਮਹੀਨੇ ਪੂਰੇ ਹੋਏ ਆ ਕਿਸਾਨ ਅੰਦੋਲਨ ਦੇ, ਤਾਂ ਉਹਨਾਂ ਦੀ ਬੇਟੀ ਅੰਮ੍ਰਿਤਸਰ ਦੇ ਵਿੱਚ ਝੰਡਾ ਝੁਲਾਉਂਦੀ ਆ ਆਪਣੀ ਕੋਠੀ ਦੇ ਉੱਤੇ। ਉਸ ਪਿੱਛੋਂ ਜਿਹੜੇ ਪ੍ਰਗਟ ਸਿੰਘ ਹੁਰੀਆਂ ਜੀ, ਜਲੰਧਰ ਛਾਉਣੀ ਤੋਂ ਵਿਧਾਇਕ, ਠੀਕ ਆ, ਉਹਨਾਂ ਨੇ ਖੁੱਲ੍ਹ ਖੁੱਲ੍ਹਾ ਵਿਰੋਧ ਕੀਤਾ, ਪ੍ਰੈਸ ਕਾਨਫਰੰਸ ਕੀਤੀ। ਫਿਰ ਸੁਖਜਿੰਦਰ ਰੰਧਾਵਾ ਵਰਗੇ ਆ ਗਏ, ਫਿਰ ਚਰਨਜੀਤ ਚੰਨੀ ਵਰਗੇ ਆ ਗਏ। ਦੇਖੋ, ਇੱਦਾਂ ਹੌਲੀ ਹੌਲੀ ਜਿਹੜਾ ਆ ਉਹਨਾਂ ਦਾ ਵਿਰੋਧੀਆਂ ਦਾ ਕਾਫਲਾ ਇਕੱਠਾ ਹੋ ਗਿਆ। ਅੱਛਾ, ਮੈਂ ਇੱਥੇ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਸਤੀ ਸਾਹਿਬ ਕਿ ਜਿੱਦਾਂ ਇਹ ਵਿਰੋਧੀਆਂ ਦਾ ਕਾਫਲਾ ਇਕੱਠਾ ਹੋ ਗਿਆ ਜੀ, ਔਰ ਖ਼ਾਸ ਤੌਰ ਦੇ ਉੱਤੇ ਦੋ ਕੁ ਮੁੱਦੇ ਪੰਜਾਬ ਦੇ ਵਿੱਚ ਜ਼ਿਆਦਾ ਗਰਮਾਏ ਗਏ। ਇੱਕ ਤਾਂ ਬਰਗਾੜੀ ਕਾਂਡ, ਬੇਦਬੀ ਵਾਲਾ ਕਾਂਡ ਜਿਹੜਾ, ਔਰ ਬਹਿਬਲ ਗੋਲੀ ਕਾਂਡ ਜਿਹੜਾ, ਉਹਦੇ ਉੱਤੇ ਸਿਆਸਤ ਜਿਹੜੀ ਉਹ ਚੱਲਦੀ ਗਈ। ਬਿਲਕੁਲ। ਅੱਛਾ, ਇਸੇ ਸਮੇਂ ਦਰਮਿਆਨ ਭਗਵੰਤ ਮਾਨ ਹੋਰਾਂ ਦਾ ਜਿਹੜਾ ਬਿਆਨ ਆਇਆ, ਉਹ ਕਹਿੰਦੇ ਕਿ ਇਹ ਮਤਲਬ ਲੋਕਾਂ ਦੇ ਲਈ ਨਹੀਂ, ਇਹ ਗਰਜ ਇਹਨਾਂ ਨੂੰ ਹੈ, ਇਹਨਾਂ ਨੂੰ ਆਪਣੀ ਕੁਰਸੀ ਬਚਾਉਣ ਦਾ ਪਿਆ, ਕਿਉਂਕਿ ਪੂਰੇ ਜਿਹੜਾ ਸਮਾਂ ਹੈ ਉਹ ਕੈਪਟਨ ਸਾਹਿਬ ਦੀ ਸਰਕਾਰ ਦਾ ਉਹ ਬੀਤ ਗਿਆ, ਤੇ ਹੁਣ ਕੁਰਸੀਆਂ ਖੁੱਸਣ ਦਾ ਡਰ ਹੈ। ਇਲੈਕਸ਼ਨ ਕੋਲ ਆ ਗਏ ਹੈ, ਸਾਰਿਆਂ ਨੇ ਜਾਣਾ ਲੋਕਾਂ ਦੇ ਅੱਗੇ ਜਾ ਕੇ, ਉਹਨਾਂ ਨੇ ਕਹਿਣਾ ਕਿ ਵੀ ਸਾਨੂੰ ਵੋਟ ਪਾਓ। ਪਰ ਵੋਟ ਲੋਕੀ ਕਿੱਦਾਂ ਪਾਉਣਗੇ ਜੇਕਰ ਇਹੋ ਜਿਹੇ ਮੁੱਦੇ ਜਿਨ੍ਹਾਂ 'ਤੇ ਸਰਕਾਰ ਬਣੀ ਸੀ ਉਹੀ ਹਲੇ ਤੱਕ ਹੱਲ ਨਹੀਂ ਹੋਏ। ਦੇਖੋ, ਇਹੀ ਇਹਨਾਂ ਕੈਪਟਨ ਹੋਰਾਂ ਦੇ ਖਿਲਾਫ ਲੋਕਾਂ ਦੀ ਜਿਹੜੀ ਕਾਂਗਰਸੀਆਂ ਦੀ ਆਵਾਜ਼ ਆ ਜੀ, ਉਹ ਇਹੀ ਹੈ ਵੀ ਦੇਖੋ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਆਈ ਸੀ, ਚਾਹੇ ਉਹ ਬੇਅਦਬੀ ਕਾਂਡ ਹੋਵੇ, ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ ਜੀ, ਚਾਹੇ ਉਹ ਨਾਜਾਇਜ਼ ਮਾਈਨਿੰਗ ਦਾ ਮੁੱਦਾ ਹੋਵੇ, ਠੀਕ ਹੈ ਨਾ, ਚਾਹੇ ਉਹ ਜਿਹੜਾ ਆ ਮਾਈਨਿੰਗ ਮਾਫੀਆ ਹੋਵੇ ਜਾਂ ਕੇਬਲ ਮਾਫੀਆ ਹੋਵੇ, ਸ਼ਰਾਬ ਮਾਫੀਆ ਹੋਵੇ, ਉਹ ਸਾਰੇ ਮਸਲੇ ਉੱਥੇ ਦੇ ਉੱਥੇ
ਖੜੇ ਨੇ। ਸੋ ਉਹਨਾਂ ਨੇ ਕਿਹਾ ਵੀ ਜੇ ਲੋਕਾਂ 'ਚ ਅਸੀਂ ਜਾਣਾ ਆ ਤੇ ਸਾਡੇ ਕੋਲ ਕੁਛ ਆਧਾਰ ਹੋਣਾ ਚਾਹੀਦਾ, ਲੋਕਾਂ ਕੋਲੋਂ ਕਿਹੜੇ ਮੂੰਹ ਨਾਲ ਜਾ ਕੇ ਆਪਾਂ ਵੋਟਾਂ ਜਿਹੜੀਆਂ ਮੰਗਾਂਗੇ। ਜੀ। ਸੋ ਉਹ ਜਿਹੜਾ ਵਿਰੋਧ ਸੀ ਉਹ ਹੌਲੀ-ਹੌਲੀ ਭਖਦਾ ਗਿਆ ਔਰ ਇੰਨਾ ਭਖ ਗਿਆ ਵੀ ਹੁਣ ਇੱਕ ਸਪੈਸ਼ਲ ਕਮੇਟੀ ਬਣਾ ਕੇ ਦਿੱਲੀ ਜਿਹੜੇ ਆ ਨਾਰਾਜ਼ ਵਿਧਾਇਕ ਗਏ ਆ ਔਰ ਵੱਖ-ਵੱਖ ਦੀ ਉਹਨਾਂ ਨੇ ਗੱਲ ਸੁਣੀ ਆ। ਠੀਕ। ਜਿਹੜੇ ਨਵਜੋਤ ਸਿੱਧੂ ਹੋਰੀ ਆ ਉਹਨਾਂ ਸਮੇਤ 25 ਜਣੇ ਜਿਹੜੇ ਉੱਥੇ ਪੇਸ਼ ਹੋਏ ਨੇ। ਨਵਜੋਤ ਸਿੱਧੂ ਹੋਰੀ ਵੀ ਪੇਸ਼ ਹੋ ਕੇ ਕਿਹਾ ਵੀ ਮੈਂ ਆਪਣੇ ਸਟੈਂਡ ਤੇ ਕਾਇਮ ਆ, ਜੋ ਮੈਂ ਪਹਿਲਾਂ ਕਹਿੰਦਾ ਸੀ ਉਹੀ ਹੁਣ ਕਹਿ ਰਿਹਾ। ਬਿਲਕੁਲ। ਇਸੇ ਤਰ੍ਹਾਂ ਪ੍ਰਗਟ ਸਿੰਘ ਹੋਰੀ ਕਿਹਾ ਵੀ ਉੱਥੇ ਜਦੋਂ ਕਮੇਟੀ ਸਾਹਮਣੇ ਪੇਸ਼ ਹੋਏ ਨੇ ਵੀ ਦੇਖੋ ਭਾਈ ਲੋਕਾਂ 'ਚ ਇਹ ਪ੍ਰਭਾਵ ਗਿਆ ਵੀ ਜਿਹੜੇ ਕੈਪਟਨ ਤੇ ਬਾਦਲ ਰਲੇ ਹੋਏ ਆ। ਠੀਕ। ਵੀ ਇਹ ਇਸ ਵੇਲੇ ਪੰਜਾਬ ਦੇ ਲੋਕਾਂ 'ਚ ਪ੍ਰਭਾਵ ਹੈਗਾ ਔਰ ਇਹ ਰਲ ਮਿਲ ਕੇ ਗੇਮ ਖੇਡ ਰਹੇ ਨੇ। ਜੀ। ਦੇਖੋ ਇਹ ਸਾਰੇ ਲੋਕ ਅਸੀਂ ਕਹਿੰਦੇ ਆ ਵੀ ਕੈਪਟਨ ਤੇ ਜਿਹੜੇ ਬਾਦਲ ਨੇ ਰਲੇ ਹੋਏ ਆ, ਠੀਕ ਹੈ। ਫਿਰ ਇਹੋ ਜਿਹੀਆਂ ਜਿਹੜੀਆਂ ਹੋਰ ਗੱਲਾਂ ਨੇ ਵੀ ਚਾਹੇ ਉਹ ਜਿਹੜਾ ਨਸ਼ਿਆਂ ਦਾ ਮੁੱਦਾ ਹੋਵੇ, ਉਹ ਕਿਸੇ ਨੂੰ ਕੋਈ ਸਜ਼ਾਵਾਂ ਨਹੀਂ ਮਿਲੀਆਂ, ਕੋਈ ਵੱਡੇ ਪੱਧਰ ਤੇ ਕਾਰਵਾਈ ਨਹੀਂ ਹੋਈ। ਬੇਅਦਬੀ ਵਾਲੇ ਮਸਲੇ ਦੇ ਵਿੱਚ ਇੱਕ ਤੋਂ ਦੂਜੀ ਤੋਂ ਤੀਜੀ ਜਿਹੜੀ ਸਿੱਟ ਬਣੀ ਹੈ ਤੇ ਉਹਦੀ ਪੈਰਵਾਈ ਜਿਹੜੀ ਆ ਸਰਕਾਰੀ ਵਕੀਲਾਂ ਨੇ ਢੰਗ ਨਾਲ ਨਹੀਂ ਕੀਤੀ। ਇਹ ਸਾਰੇ ਮੁੱਦੇ ਕਾਂਗਰਸੀਆਂ ਨੇ ਉਠਾਏ ਆ। ਭਗਵੰਤ ਮਾਨ ਹੋਰੀ ਆਪ ਦੇ ਆਗੂ ਨੇ, MP ਨੇ, ਉਹ ਕਦੇ ਤਲਖ ਗੱਲਾਂ ਜਿਹੜੀਆਂ ਤਲਖ ਨਹੀਂ ਕਰਦੇ, ਉਹ ਸੱਚੀਆਂ ਗੱਲਾਂ ਕਰਦੇ ਆ ਤੇ ਸੱਚੀਆਂ ਗੱਲਾਂ ਦੀ ਥੋੜੀ ਜਿਹੀ ਤਲਖੀ ਆਪਣੇ ਆਪ ਲੱਗ ਜਾਂਦੀ ਹੈ, ਆਪਣੇ ਆਪ ਹੀ ਤਲਖੀ ਹੁੰਦੀ ਆ। ਜਿਵੇਂ ਹੁਣ ਮਾਹੌਲ ਮਗਿਆ ਹੋਇਆ ਔਰ ਅੰਦਰੂਨੀ ਜਿਹੜਾ ਕਾਟੋ ਕਲੇਸ਼ ਕਾਂਗਰਸ ਦਾ ਪਿਆ ਹੋਇਆ, ਕਿਹਾ ਜਾਂਦਾ ਵੀ ਰਾਹੁਲ ਗਾਂਧੀ ਹੋਰੀ ਸਿੱਧੇ ਤੌਰ ਤੇ ਤਾਂ ਦਖਲ ਨਹੀਂ ਦੇ ਰਹੇ ਪਰ ਉਹ ਪਰਦੇ ਪਿੱਛੇ ਇਹਨੂੰ ਸੁਲਝਾਉਣਾ ਚਾਹੁੰਦੇ ਆ, ਰੋਲ ਨਿਭਾ ਰਹੇ ਆ। ਔਰ ਹਾਇਰ ਅਪਸ ਨੂੰ ਜਿਹੜੇ ਆ ਏਅਰਪੋਰਟ ਹੁਣ ਜਾਏਗੀ, ਜੋ ਵੀ ਆ ਪੇਸ਼ ਹੋਏ ਨੇ ਵਿਧਾਇਕ, ਤਾਂ ਦੇਖੋ ਹੁਣ ਕੀ ਬਣਦਾ। ਪਰ ਹਾਲ ਦੀ ਘੜੀ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਮੈਨੂੰ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਅੱਛਾ, ਇੱਕ ਇਹਦਾ ਸੁਝਾਅ ਜਿਹੜਾ ਹੈ ਉਹ ਕਾਫੀ ਚਰਚਾ ਦੇ ਵਿੱਚ ਵਿਸ਼ਾ ਬਣਿਆ ਹੋਇਆ ਹੈ ਕਿ ਪੰਜਾਬ ਦਾ ਜਿਹੜਾ ਇਹ ਮਸਲਾ ਤਾਂ ਹੀ ਹੱਲ ਹੋ ਸਕਦਾ ਜੇਕਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਡਿਪਟੀ ਚੀਫ ਮਿਨਿਸਟਰ ਲਗਾ ਦਿੱਤਾ ਜਾਵੇ। ਤੇ ਇਹਦੇ ਨਾਲ ਦੂਜਾ ਇੱਕ ਹੋਰ ਦੇਖੋ ਬੜੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਡਿਪਟੀ ਚੀਫ ਮਿਨਿਸਟਰ ਜਿਹੜਾ ਲਗਾਇਆ ਜਾਏ, ਯਾਨੀ ਕਿ ਪੰਜਾਬ ਨੂੰ ਦੋ ਡਿਪਟੀ ਮੁੱਖ ਮੰਤਰੀ ਮਿਲਣ ਔਰ ਉਹਨਾਂ ਵਿੱਚੋਂ ਜਿਹੜਾ ਦੂਜਾ ਹੋਏਗਾ ਉਹ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਹੋਏਗਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਇਹ ਸਿਆਸੀ ਲੋਕਾਂ ਦੀਆਂ ਲੂੰਬੜ ਚਾਲਾਂ ਹੈਗੀਆਂ ਜੀ। ਦਲਿਤ ਡਿਪਟੀ ਚੀਫ ਮਿਨਿਸਟਰ ਲਾ ਕੇ ਦਲਿਤਾਂ ਦੇ ਮਸਲੇ ਹੱਲ ਹੋਣ ਵਾਲੇ ਨਹੀਂ। ਬਿਲਕੁਲ। ਦਲਿਤਾਂ ਦੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਵੈਸੇ ਹੀ ਆਪਣੇ ਆਪ ਨੂੰ ਉਹਨਾਂ ਨਾਲੋਂ ਨਿਖੇੜ ਲੈਂਦੇ ਆ, ਉਹਨਾਂ ਨਾਲੋਂ ਵਿੱਥ ਤੇ ਖਲੋ ਜਾਂਦੇ ਆ। ਜੀ। ਅਫਸਰਸ਼ਾਹੀ ਦੇਖ ਲਓ, IAS IPS ਆਫੀਸਰ ਨੇ, IFS ਆਫੀਸਰਸ ਆ, ਉਹ ਮੁੜ ਕੇ ਆਪਣੇ ਉਹਨਾਂ ਗਰੀਬਾਂ ਦੇ ਵਿਹੜਿਆਂ 'ਚ ਨਹੀਂ ਜਾਂਦੇ, ਉਹ ਫਿਰ ਕੋਠੀਆਂ ਚੰਡੀਗੜ੍ਹ ਦਿੱਲੀ ਪਾ ਲੈਂਦੇ ਆ, ਠੀਕ ਆ, ਵੱਡਿਆਂ ਸ਼ਹਿਰਾਂ 'ਚ ਆ ਜਾਂਦੇ ਆ। ਤੇ ਦੁਆਬੇ ਦੇ ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਉਹ 'ਚ MP ਵੀ ਰਹੇ ਆ, MLA ਵੀ ਰਹੇ ਆ, ਮੰਤਰੀ ਵੀ ਰਹੇ ਨੇ, ਉਹ ਮੁੜ ਕੇ ਉਹਨਾਂ ਲੋਕਾਂ 'ਚ ਹੀ ਉੱਠਦੇ ਆ ਤੇ ਉਹਨਾਂ ਦੀ ਬਾਤ ਨਹੀਂ ਪੁੱਛਦੇ ਹੈਗੇ। ਫਿਰ ਦੇਖੋ ਸਿਆਸੀ ਲੋਕਾਂ ਨੇ ਤਾਂ ਚੋਗਾ ਪਾਉਣਾ ਹੁੰਦਾ, ਕੋਈ ਭਾਜਪਾ 'ਚ ਰਲ ਜਾਂਦਾ, ਕੋਈ ਆਪ 'ਚ ਰਲ ਜਾਂਦਾ, ਕੋਈ ਕਾਂਗਰਸ 'ਚ ਰਲ ਜਾਂਦਾ, ਪਰ ਉਹਨਾਂ ਨੇ ਆਪਣੇ ਜਿਹੜੇ ਗਰੀਬ ਵਿਹੜੇ ਆ ਜਿਨ੍ਹਾਂ 'ਚੋਂ ਉੱਠ ਕੇ ਆਉਂਦੇ ਆ ਉਹਨਾਂ ਲੋਕਾਂ ਦੀ ਜਾ ਕੇ ਉਹ ਘੱਟੇ ਮੈਂ ਬਾਂਹ ਫੜਦੇ ਦੇਖਿਆ। ਠੀਕ ਹੈ। ਸੋ ਇਹ ਜਿਹੜਾ ਸਰਕਾਰ ਆ ਇਹ ਤਾਂ ਦਲਿਤ ਪੱਤਾ ਹੁਣ ਖੇਲਣਾ ਚਾਹੁੰਦੀ ਆ। ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ, ਮੈਂ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਕਹਿ ਚੁੱਕਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਗੁਰੂ ਮਹਾਰਾਜ ਦੇ ਆਸ਼ਿਆਂ ਨੂੰ ਪ੍ਰਣਾਈ ਹੋਈ ਇੱਕ ਪਾਰਟੀ ਆ। ਉਹਦੇ ਵਿੱਚ ਦਲਿਤ, ਪਛੜੀਆਂ ਸ਼੍ਰੇਣੀਆਂ ਤੇ ਬੈਕਵਰਡ ਕਲਾਸਿਸ ਲਈ ਤਾਂ ਕੋਈ ਥਾਂ ਹੀ ਨਹੀਂ ਹੋਣੀ ਚਾਹੀਦੀ, ਉਹ ਤਾਂ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ ਆ। ਪੰਜਾਬ 'ਚ ਕੱਲੀ ਖੇਤੀਬਾੜੀ, ਹੁਣ ਇਹ ਆਪਾਂ ਪੇਸ਼ ਤਾਂ ਕਰਦੇ ਆ ਵੀ ਦੇਖੋ ਜੀ ਇੱਥੇ ਮੁੱਖ ਕਿੱਤਾ ਜਿਹੜਾ ਖੇਤੀਬਾੜੀ ਆ, ਇੱਥੇ ਹੋਰ ਵੀ ਬਥੇਰੇ ਕਿੱਤੇ ਨੇ, ਇੱਥੇ ਜੱਟ ਹੀ ਕਿਉਂ ਪ੍ਰਧਾਨ ਮੰਤਰੀ ਜਿਹੜਾ ਮੁੱਖ ਮੰਤਰੀ ਬਣਦਾ, ਦੂਸਰੇ ਲੋਕ ਕਿਉਂ ਨਹੀਂ ਬਣ ਸਕਦੇ? ਠੀਕ ਹੈ, ਜੇ ਬਣਦੇ ਆ ਤਾਂ ਇਹ ਉਹਨਾਂ ਲਈ ਕੋਈ ਰਹਿਤ ਕਰਨ ਵਾਲੀ ਨਹੀਂ। ਦੁਆਬੇ ਦੇ ਵਿੱਚ ਦਲਿਤ ਜਿਹੜੇ ਆ ਡੋਮੀਨੇਟ ਕਰਦੇ ਆ, ਖਾਸ ਕਰਕੇ ਹੈ ਨਾ, ਦੁਆਬੇ ਦੇ 3-4 ਜ਼ਿਲ੍ਹਿਆਂ ਦੇ ਵਿੱਚ। ਸੋ ਇਸ ਤਰ੍ਹਾਂ ਦੇ ਪੱਤੇ ਸਰਕਾਰਾਂ ਖੇਡ ਰਹੀਆਂ। ਬਾਕੀ ਜਿਹੜੀ ਨਵਜੋਤ ਸਿੱਧੂ ਹੋਰਾਂ ਵਾਲੀ ਗੱਲ ਹੈ, ਉਹਨਾਂ ਨੇ ਪਹਿਲਾਂ ਵੀ ਕਿਹਾ ਵੀ ਮੈਨੂੰ ਕੋਈ ਅਹੁਦਿਆਂ ਦੀ ਭੁੱਖ ਨਹੀਂ ਹੈਗੀ,
ਉਹ ਰੱਜਿਆ ਪੁੱਜਿਆ ਬੰਦਾ ਆ। ਫਿਰ ਸਰਕਾਰਾਂ ਆਪਣੇ ਬੰਦਿਆਂ ਦੇ ਖਿਲਾਫ ਜਾਂਦੀਆਂ, ਜਿਵੇਂ ਤੁਸੀਂ ਪ੍ਰਗਟ ਸਿੰਘ ਹੁਣਾਂ ਨੂੰ ਕੈਪਟਨ ਸੰਧੂ ਫੋਨ ਕਰਦਾ ਜੀ, ਠੀਕ ਹੈ, ਜਿਹੜੇ OSD ਆ CM ਸਾਹਿਬ ਦੇ, ਭਈ ਤੁਹਾਡੇ ਕੱਚੇ ਚਿੱਠੇ ਤਿਆਰ ਕਰ ਰਹੇ ਆ, ਵੀ ਆਪਣਾ ਪ੍ਰਬੰਧ ਕਰ ਲਿਓ, ਠੀਕ ਹੈ, ਵੀ ਤੁਹਾਨੂੰ ਠੋਕਾਂਗੇ। ਇਹ ਲਫ਼ਜ਼ ਪ੍ਰਗਟ ਸਿੰਘ ਹੁਣਾਂ ਦਾ ਕਹਿਣਾ ਆ ਵੀ ਮੇਰੇ ਲਈ ਵਰਤੇ। ਸੰਧੂ ਨੇ ਫੋਨ ਕਰਕੇ ਮੈਨੂੰ, ਠੀਕ, ਮੁੜ ਕੇ ਉਹ ਮੁੱਕਰਦੇ ਵੀ ਆ, ਮੁੜ ਕੇ ਜਾਖੜ ਸਾਹਿਬ ਵਿੱਚ ਆ ਜਾਂਦੇ ਆ ਵੀ ਫੋਨ ਨਹੀਂ ਕੀਤਾ। ਪ੍ਰਗਟ ਸਿੰਘ ਹੁਣੀ ਕਹਿੰਦੇ ਆ ਵੀ ਚਲੋ ਜੀ ਜਾਖੜ ਸਾਹਿਬ ਸਾਡੇ ਸੀਨੀਅਰ ਆ, ਮੈਂ ਕੁਛ ਨਹੀਂ ਕਹਿਣਾ। ਇਸੇ ਤਰ੍ਹਾਂ ਨਵਜੋਤ ਸਿੱਧੂ ਦੇ ਕੱਚੇ ਚਿੱਠੇ ਕੱਢ ਲੈ, ਠੀਕ ਹੈ। ਸੋ ਫਿਰ ਚੰਨੀ ਹੋਰਾਂ ਦਾ ਮੁੱਦਾ ਲੈ ਲਓ, ਵੀ ਚੰਨੀ ਹੋਰਾਂ ਦੀ ਕਿਤੇ ਕਿਸੇ ਸੀਨੀਅਰ IAS ਅਫਸਰ ਨਾਲ ਕੋਈ ਗੱਲ ਹੋਈ ਸੀ, ਉਹ ਮਨੀਸ਼ਾ ਗਲਾਟੀ ਜਿਹੜੇ ਵਿਮਨ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਨੇ ਮੁੜ ਕੇ ਮੁੱਦਾ ਚੱਕ ਲਿਆ, ਜਿਹੜਾ ਨਾਨ ਐਗਜ਼ਿਸਟੈਂਟ ਮੁੱਦਾ ਆ, ਔਰ ਸਾਰੀ ਦੁਨੀਆ ਜਾਣਦੀ ਆ ਵੀ CM ਦੇ ਕਹੇ ਤੇ ਉਹ ਮੁੜ ਕੇ ਚਿੰਜੜੀ ਛੇੜੀ ਆ। ਅੱਛਾ ਸਤੀ ਸਾਹਿਬ, ਮੈਂ ਇੱਥੇ ਸੁਣਿਆ ਕਿ ਵੀ ਜਿੰਨੇ ਵੀ ਸਿਆਸੀ ਲੋਕ ਹੈ ਨਾ, ਉਹਨਾਂ ਦੀਆਂ ਫਾਈਲਾਂ ਜਿਹੜੀਆਂ ਨੇ ਜੀ ਉਹ ਰੱਖੀਆਂ ਗਈਆਂ ਹੁੰਦੀਆਂ ਨੇ ਅਲਮਾਰੀ ਦੇ ਵਿੱਚ। ਬਿਲਕੁਲ, ਬਸ ਮੌਕਾ ਪਾਉਣ ਦੇ ਉੱਤੇ ਜਦੋਂ ਉਹਨਾਂ ਫਾਈਲਾਂ ਨੂੰ ਇੱਕ ਇੱਕ ਕਰਕੇ ਕੱਢਿਆ ਜਾਂਦਾ। ਬਿਲਕੁਲ, ਉਹ ਜਦੋਂ ਤੁਸੀਂ ਕਿੜ ਕੱਢਣੀ ਆ ਕੋਈ, ਜਦੋਂ ਕੋਈ ਤੁਹਾਡੇ ਅਨੁਸਾਰ ਨਹੀਂ ਚੱਲਦਾ, ਫਿਰ ਉਹ ਫਾਈਲ ਕੱਢ ਲੈਂਦੇ ਆ, ਪਈਆਂ ਤਾਂ ਹੁੰਦੀਆਂ ਹੀ ਨੇ। ਚਲੋ ਮੁੱਕਦੀ ਗੱਲ ਇਹ ਸੀ, ਸਵਾਲ ਮੇਰਾ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਕੀ ਉਹ ਡਿਪਟੀ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਣਗੇ ਜਾਂ ਨਹੀਂ। ਇਸ ਸਵਾਲ ਦਾ ਜਵਾਬ ਆਪਾਂ ਦਰਸ਼ਕੋ ਲਵਾਂਗੇ ਸਤੀ ਸਾਹਿਬ ਤੋਂ, ਲੇਕਿਨ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ। ਔਰ ਸਾਡੀ ਗੱਡੀ ਰੁਕੀ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਹਰੀ ਡਿਪਟੀ ਮੁੱਖ ਮੰਤਰੀ ਬਣਨਗੇ ਪੰਜਾਬ ਦੇ ਜਾਂ ਨਹੀਂ, ਇਸ ਬਾਬਤ ਸਾਨੂੰ ਦੱਸਣਗੇ ਸਾਡੇ ਐਕਸਪਰਟ ਸਰਦਾਰ ਨਰਿੰਦਰ ਸਿੰਘ ਸੱਤੀ ਜੀ। ਸੱਤੀ ਸਾਹਿਬ ਸਵਾਗਤ ਇੱਕ ਵਾਰ ਫਿਰ ਜੀ। ਤੇ ਗੱਲਬਾਤ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਛੱਡੀ ਸੀ। ਦੇਖੋ ਇਦਾਂ ਆ ਵੀ ਮੈਂ ਜਿਵੇਂ ਪਹਿਲਾਂ ਵੀ ਕਿਹਾ, ਦੁਹਰਾ ਰਿਹਾ ਵੀ ਸਿੱਧੂ ਸਾਹਿਬ ਨੇ ਕਿਹਾ ਵੀ ਮੈਨੂੰ ਅਹੁਦਿਆਂ ਦੀ ਕੋਈ ਭੁੱਖ ਨਹੀਂ, ਮੇਰੇ ਲਈ MLA ਜਾਂ ਮੰਤਰੀ ਦਾ ਜਾਂ ਡਿਪਟੀ ਚੀਫ ਮਿਨਿਸਟਰ ਦਾ ਅਹੁਦਾ ਕੋਈ ਮਾਨੇ ਨਹੀਂ ਰੱਖਦਾ। ਵੀ ਮੈਂ ਤਾਂ ਲੋਕਾਂ ਦੀ ਗੱਲ ਕਰਦਾ ਹੈਗਾ। ਵੀ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਬਣੀ ਸੀ, ਉਹਨਾਂ 'ਚੋਂ ਕੋਈ ਵੀ ਜਿਹੜਾ ਆ ਕਿਸੇ ਸਿਰੇ ਸਾਡੇ ਚੀਫ ਮਿਨਿਸਟਰ ਨੇ ਨਹੀਂ ਲਾਇਆ। ਔਰ ਚੋਣ ਜੇ ਜਿੱਤਣੀ ਆ ਤਾਂ ਫਿਰ ਫਾਰਮ ਹਾਊਸਾਂ ਤੋਂ ਤੇ ਰਿਹਾਇਸ਼ਾਂ ਤੋਂ ਬਾਹਰ ਆਉਣਾ ਪੈਣਾ, ਲੋਕਾਂ 'ਚ ਵਿਚਰਨਾ ਪੈਣਾ। ਤੇ ਦੂਸਰਾ ਇਹ ਆ ਵੀ ਜਿਹੜੀ ਡਰਾਉਣ ਧਮਕਾਉਣ ਦੀ ਗੱਲ ਆ, ਉਹ ਸਰਕਾਰਾਂ ਕਰਦੀਆਂ ਹੀ ਹੁੰਦੀਆਂ, ਸਿਆਸੀ ਪਾਰਟੀਆਂ ਵੀ ਕਰਦੀਆਂ। ਪਰ ਇੱਕ ਸਿਆਸੀ ਪਾਰਟੀ ਜਿਹਦੀ ਆਪਣੀ ਸਰਕਾਰ ਹੋਵੇ, ਉਹ ਆਪਣੇ ਮੰਤਰੀਆਂ MLAਆਂ ਦੇ ਖਿਲਾਫ ਇਦਾਂ ਦਾ ਧਮਕੀ ਭਰਿਆ ਰਵੱਈਆ ਅਪਣਾਉਣ ਤੇ ਉਹ ਕੋਈ ਬਹੁਤੀ ਹਲਕ ਚੋਂ ਹੇਠਾਂ ਉਤਰਨ ਵਾਲੀ ਗੱਲ ਨਹੀਂ ਹੁੰਦੀ, ਠੀਕ ਹੈ। ਰਾਣਾ ਗੁਰਜੀਤ ਸਿੰਘ ਹੋਰੀ ਪਾਵਰ ਮਿਨਿਸਟਰ ਸੀਗੇ ਸਟੇਟ ਦੇ ਜੀ, ਉਹਨਾਂ ਨੇ ਆਪਣੇ ਰਸੋਈਏ ਦੇ ਬਹਾਦਰ ਦੇ ਨਾਂ ਤੇ ਜਿਹੜੀਆਂ ਰੇਤਾਂ ਦੀਆਂ ਖਾਣਾਂ ਲਈਆਂ। ਹੁਣ ਤੱਕ ਕੀ ਬਣਿਆ ਉਹਦਾ? ਸਰਕਾਰ 5 ਸਾਲ ਬੀਤ ਚੱਲੇ ਆ। ਸੋ ਜਿਹੜੇ ਮੁੱਦੇ ਸਰਕਾਰ ਚਾਹੁੰਦੀ ਆ ਉਹ ਡੰਡੇ ਬਸਤੇ 'ਚ ਪਾਉਣਾ, ਡੰਡੇ ਬਸਤੇ 'ਚ ਪਾ ਦਿਓ, ਜਿਹੜੇ ਉਭਾਰਨੇ ਨੇ ਉਹ ਉਭਾਰ ਲਓ। ਸੋ ਇਹ ਦੂਸਰੀ ਗੱਲ ਇਹ ਆ ਵੀ ਜਿੱਥੋਂ ਤੱਕ ਡਿਪਟੀ ਚੀਫ ਮਿਨਿਸਟਰ ਬਣਨ ਦੀ ਗੱਲ ਆ, ਆਪਾਂ ਫਿਰ ਉੱਥੇ ਹੀ ਆਉਂਦੇ ਆ। ਅੱਗੇ ਵੀ 2-3 ਮੀਟਿੰਗਾਂ ਕੈਪਟਨ ਸਾਹਿਬ ਦੀਆਂ ਤੇ ਸਿੱਧੂ ਸਾਹਿਬ ਦੀਆਂ ਹੋ ਚੁੱਕੀਆਂ, ਬਿਲਕੁਲ, ਪਰ ਕੋਈ ਗੱਲ ਨਹੀਂ ਬਣੀ ਔਰ ਕੋਈ ਉਹਨਾਂ 'ਚੋਂ ਕੁਛ ਨਹੀਂ ਨਿਕਲਿਆ ਤੇ ਨਾ ਹੀ ਸਿੱਧੂ ਸਾਹਿਬ ਜਿਹੜੇ ਆ ਉਹ ਮੰਨਿਆ ਕਿਸੇ ਵੀ ਗੱਲ ਨੂੰ, ਠੀਕ ਹੈ। ਪਰ ਹੁਣ ਤਾਂ ਕੇਂਦਰ ਦੀ ਜਿਹੜੀ ਕਮੇਟੀ ਹੈ ਉਹ ਵਿੱਚ ਆਈ ਹੈ। ਕੀ ਲੱਗਦਾ ਤੁਹਾਨੂੰ ਕਿ ਮਾਮਲਾ ਕਿਸ ਪਾਸੇ ਨੂੰ ਜਾਊਗਾ? ਹੁਣ ਮੈਨੂੰ ਲੱਗਦਾ ਵੀ ਇਹ ਮਾਮਲਾ ਕੁੱਲ ਮਿਲਾ ਕੇ ਅਖੀਰ ਰਾਹੁਲ ਗਾਂਧੀ ਕੋਲ ਜਾਏਗਾ ਤੇ ਉਹ ਕੀ ਹੁਕਮ ਕਰਦੇ ਆ। ਫਿਰ ਜੇ ਤਾਂ ਸਿੱਧੂ ਹੋਰੀ ਪਾਰਟੀ 'ਚ ਰਹਿਣਾ ਤਾਂ ਫਿਰ ਉਹ ਪ੍ਰਵਾਨ ਵੀ ਕਰਨਾ ਪੈਂਦਾ ਹੁੰਦਾ। ਦੇਖੋ ਆਪਣੇ ਜਿਹੜੇ ਆਕਾ ਨੇ ਇਹਨਾਂ ਦੇ ਸਿਆਸੀ, ਉਹਨਾਂ ਦੀ ਗੱਲ ਤਾਂ ਮੰਨਣੀ ਪੈਂਦੀ ਆ ਨਾ, ਤਾਂ ਹਾਲਾਤ ਬਦਲ ਵੀ ਸਕਦੇ ਆ ਕੱਲ੍ਹ ਨੂੰ ਉਹ ਜੇ ਜੋ ਵੀ ਕਹਿਣ। ਪਰ ਹੁਣ 4 ਮਹੀਨਿਆਂ ਲਈ ਜਿਹੜਾ ਆ ਉਹ ਕੀ ਕਿਸੇ ਨੇ ਡਿਪਟੀ ਚੀਫ ਮਿਨਿਸਟਰ ਬਣਨਾ ਤੇ ਕੀ ਕੁਝ ਉੱਪਰ ਬਣਨਾ, ਠੀਕ ਹੈ ਨਾ। ਠੀਕ ਹੈ, ਚਲੋ ਇਹ ਤਾਂ ਜੀ ਆਉਣ ਵਾਲਾ ਵਕਤ ਜਿਹੜਾ ਦੱਸੇਗਾ ਜੀ ਕਿ ਇਹ ਊਂਠ ਕਿਸ ਕਰਵਟ ਬੈਠਦਾ। ਬਿਲਕੁਲ, ਇਹ ਤਾਂ ਸਾਰਾ ਭਵਿੱਖ ਦੀਆਂ ਗੱਲਾਂ ਨੇ। ਠੀਕ ਹੈ ਜੀ, ਚਲੋ ਫਿਰ ਸੱਤੀ ਸਾਹਿਬ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ। ਆਪਾਂ ਗੱਲ ਸ਼ੁਰੂ ਕੀਤੀ ਹੈ ਤੇ ਜਿੱਥੇ ਉਹਨੂੰ ਇੱਕ ਅਹੁਦੇਦਾਰ ਚਾਹੀਦਾ
ਲੇਕਿਨ ਅਹੁਦੇਦਾਰ ਤਾਂ ਹੀ ਹੁੰਦੇ ਨੇ ਜੇਕਰ ਥੱਲੇ ਨਾਗਰਿਕ ਸੁਖੀ ਹੋਣ, ਉਹਨਾਂ ਦੇ ਸੁੱਖ ਵਾਸਤੇ ਹੀ ਹੁੰਦੇ ਆ, ਹੈ ਨਾ। ਤੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਾਡੇ ਕਿਸਾਨ ਭਰਾ ਹਾਲੇ ਤੱਕ ਸੰਘਰਸ਼ ਕਰ ਰਹੇ ਨੇ। ਥੋੜਾ ਜਿਹਾ ਉਹਨਾਂ ਦੇ ਬਾਰੇ ਤਾਜ਼ਾ ਕੀ ਮਾਹੌਲ ਹੈ ਉਹਦੇ ਬਾਰੇ ਦੱਸੋ ਜਰਾ। ਦੇਖੋ, ਤਾਜ਼ਾ ਤਾਂ ਇਹ ਆ ਵੀ 2 ਦਿਨ ਪਹਿਲਾਂ ਜਿਹੜਾ ਮੀਂਹ ਹਨੇਰੀ ਝੱਖੜ ਆਏ ਆ ਜੀ, ਚਾਹੇ ਉਹ ਪੰਜਾਬ ਆ ਤਾਂ ਚਾਹੇ ਦਿੱਲੀ ਦੀਆਂ ਬਰੂਹਾਂ ਨੇ, ਚਾਹੇ ਉਹ ਟਿਕਰੀ ਬਾਰਡਰ ਆ, ਚਾਹੇ ਉਹ ਸਿੰਘੂ ਬਾਰਡਰ ਹੈ, ਗਾਜ਼ੀਪੁਰ ਬਾਰਡਰ ਆ, ਟੈਂਟ ਉਖੜ ਗਏ ਆ, ਪਾਣੀ ਭਰ ਗਿਆ, ਬਿਲਕੁਲ ਟੈਂਟ ਲਾਏ ਜਾ ਰਹੇ ਆ ਪੂਰੇ ਉਤਸ਼ਾਹ ਦੇ ਨਾਲ, ਜੀ, ਪਾਣੀ ਕੱਢਿਆ ਜਾ ਰਿਹਾ, ਮੁੜ ਕੇ ਉੱਥੇ ਜ਼ਿੰਦਗੀ ਲਈ ਤੇ ਲਿਆਂਦੀ ਜਾ ਰਹੀ ਹੈ। ਦੂਸਰਾ 8 ਮਹੀਨੇ ਕੁੱਲ ਮਿਲਾ ਕੇ ਸੰਘਰਸ਼ ਨੂੰ ਹੋ ਗਏ ਆ। ਬਿਲਕੁਲ ਜੀ, ਪੰਜਾਬ 'ਚ ਅੱਜ ਤੋਂ 8 ਮਹੀਨੇ ਪਹਿਲਾਂ ਔਰ 26 ਮਈ ਤੋਂ 26 ਨਵੰਬਰ ਤੋਂ ਪਿਛਲੇ ਸਾਲ ਤੋਂ ਜੀ, ਉਹ ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠੇ ਨੇ। ਠੀਕ, ਹਾਲੇ ਤਾਜ਼ਾ 26 ਮਈ ਨੂੰ 6 ਮਹੀਨੇ ਪੂਰੇ ਹੋਏ ਆ ਜੀ। ਉਧਰ ਜਿਹੜੇ ਮੋਦੀ ਸਰਕਾਰ ਦੇ 7 ਮਹੀਨੇ ਪੂਰੇ ਹੋਏ ਸੀਗੇ ਔਰ 26 ਮਈ ਨੂੰ 6 ਮਹੀਨੇ ਪੂਰੇ ਹੋਣ ਤੇ ਕਾਲਾ ਦਿਵਸ ਜਿਹੜੀਆਂ ਕਿਸਾਨ ਯੂਨੀਅਨਾਂ ਪੂਰੇ ਮੁਲਕ ਦੇ ਭਰ ਦੇ ਵਿੱਚ ਮਨਾ ਕੇ ਹਟੀਆਂ ਹੈਗੀਆਂ। ਔਰ ਨਿੱਤ ਦਿਹਾੜੇ ਚਾਹੇ ਉਹ ਪੰਜਾਬ 'ਚ ਜਿੱਥੇ ਵੀ ਧਰਨੇ ਚੱਲ ਰਹੇ ਆ ਲਗਾਤਾਰ ਚੱਲ ਰਹੇ ਹੈਗੇ ਆ, ਹੈ ਨਾ। ਔਰ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ, ਕਿਸਾਨ ਯੂਨੀਅਨਾਂ ਨੇ, ਆਗੂਆਂ ਨੇ, ਭਈ ਜਿਹੜੀ ਏਕਤਾ ਆ ਨਾ ਸਾਡੀ, ਜਿਹੜੀ ਮਿਹਨਤ ਕਸ਼ਾਂ ਦੀ ਕਿਸਾਨਾਂ ਦੀ ਏਕਤਾ ਆ, ਉਹ ਏਕਤਾ ਹੀ ਜਿਹੜੀ ਹੰਕਾਰੀ ਹੁਕੂਮਤਾਂ ਹੁੰਦੀਆਂ ਨੇ ਉਹਨਾਂ ਦਾ ਘਮੰਡ ਤੋੜ ਸਕਦੀ ਆ। ਬਿਲਕੁਲ ਠੀਕ। ਔਰ ਅੱਜ ਤੱਕ ਜਿਹੜੀਆਂ ਸਾਰੀਆਂ ਯੂਨੀਅਨਾਂ ਉਹਨਾਂ ਨੇ ਏਕਤਾ ਦਾ ਜਕਜਹਿਤੀ ਦਾ ਮੁਜ਼ਾਹਰਾ ਕੀਤਾ ਹੈਗਾ, ਠੀਕ ਹੈ। ਹੁਣ 5 ਜੂਨ ਨੂੰ ਪ੍ਰੋਗਰਾਮ ਦਿੱਤਾ ਹੈਗਾ ਭਈ ਜਿਹੜੇ ਭਾਜਪਾ ਦੇ ਆਗੂ ਨੇ, ਉਹਨਾਂ ਕੋਈ ਵੀ ਅਹੁਦੇਦਾਰ ਆ, ਕੁਛ ਵੀ ਆ, ਉਹਨਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਹੁਣ ਉਹਦੇ ਲਈ ਲਾਮਬੰਦੀ ਹੋ ਰਹੀ ਆ। ਸਰਕਾਰ ਨੇ ਪਹਿਲਾਂ ਵੀ ਜਿਹੜਾ ਆ ਉਹ ਖੇਤੀ ਕਾਨੂੰਨਾਂ ਦੇ ਹੱਕ 'ਚ ਪ੍ਰਚਾਰ ਕਰਦੀ ਸੀ, ਕਿਸਾਨ ਯੂਨੀਅਨਾਂ ਦੇ ਖਿਲਾਫ ਬੋਲਦੀ ਸੀ, ਕਦੀ ਖਾਲਿਸਤਾਨੀ ਦੱਸਦੀ ਆ, ਕਦੀ ਮਾਓਵਾਦੀ ਦੱਸਦੀ ਆ, ਕਦੀ ਕੁਛ ਦੱਸਦੀ ਸੀ, ਕਦੀ ਕੁਛ ਦੱਸਦੀ ਸੀ। ਇਸ ਕਰੋਨਾ ਸੰਕਟ ਵਿੱਚ ਵੀ ਜਿੰਨਾ ਕੰਮ ਕਿਸਾਨ ਕਾਰਕੁਨਾਂ ਨੇ, ਮਿਹਨਤ ਕਸ਼ਾਂ ਨੇ ਕੀਤਾ, ਜਿੰਨਾ ਕੰਮ ਸਿੱਖ ਜਥੇਬੰਦੀਆਂ ਨੇ ਕੀਤਾ, ਚਾਹੇ ਉਹ ਆਕਸੀਜਨ ਦਾ ਲੰਗਰ ਹੋਵੇ, ਚਾਹੇ ਉਹ ਕੋਵਿਡ ਲਈ ਆਰਜੀ ਹਸਪਤਾਲ ਬਣਾਏ ਹੋਣ, ਉਹ ਇੱਕ ਆਪਣੇ ਆਪ 'ਚ ਮਿਸਾਲ ਆ। ਹੁਣ ਕੇਂਦਰ ਸਰਕਾਰ ਨੂੰ ਉਹ ਖਾਲਿਸਤਾਨੀ ਨਹੀਂ ਲੱਗਦੇ, ਅੱਤਵਾਦੀ ਨਹੀਂ ਲੱਗਦੇ। ਦੂਸਰਾ ਦੇਖੋ, ਇੰਨਾ ਅਰਸਾ ਬੀਤ ਗਿਆ ਹੋਵੇ ਜੀ, ਜੇਠ ਹਾੜ ਦੀ ਧੁੱਪਾਂ ਹੁਣ ਚੱਲ ਰਹੇ ਆ ਜੀ, ਪੂਰਾ ਸਿਆਲ ਜਿਹੜਾ ਪੋਹ ਮਾਘ ਦੀਆਂ ਰਾਤਾਂ ਉੱਥੇ ਬਾਰਡਰਾਂ ਤੇ ਕੱਟੀਆਂ, ਪਰ ਸਾਡੀ ਸਰਕਾਰ ਹਾਲੇ ਟਸ ਤੋਂ ਮਸ ਨਹੀਂ ਹੋਈ, ਅਜੇ ਵੀ ਕਾਨੂੰਨਾਂ ਦੇ ਬਿਹਤਰ ਹੋਣ ਦਾ ਹੀ ਪਾਠ ਪੜ੍ਹਾ ਰਹੀ ਆ ਲੋਕਾਂ ਨੂੰ। ਸੋ ਆਉਣ ਵਾਲੇ ਸਮੇਂ 'ਚ ਇਹ ਅੰਦੋਲਨ ਹੋਰ ਮਗਣ ਦੀਆਂ ਸੰਭਾਵਨਾਵਾਂ, ਇਹ ਮੱਠਾ ਨਹੀਂ ਪੈਣ ਲੱਗਾ ਜਦ ਤੱਕ ਕਾਨੂੰਨ ਵਾਪਸ ਨਹੀਂ ਲੈ ਜਾਂਦੇ। ਮੈਨੂੰ ਨਹੀਂ ਲੱਗਦਾ ਵੀ ਕਿਸਾਨ ਜਿਹੜੇ ਆ ਉਹ ਦਿੱਲੀ ਦੀਆਂ ਬਰੂਹਾਂ ਛੱਡ ਕੇ ਆਪਣੇ ਘਰਾਂ ਨੂੰ ਪਰਤਣਗੇ। ਚਲੋ, ਮੋਦੀ ਸਾਹਿਬ ਦੇ ਬਹੁਤ ਸਾਰੇ ਫਰਮਾਨ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹਨੂੰ ਕਹਿ ਲਓ ਵੀ ਨਾਦਰਸ਼ਾਹੀ ਫਰਮਾਨ ਆਪਾਂ ਕਹਿ ਦਿੰਦੇ ਆ, ਹੈ ਨਾ ਜੀ, ਕਿ ਬਿਲਕੁਲ ਉਹਨਾਂ ਨੇ ਪਹਿਲਾਂ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਦੇਸ਼ ਦੇ ਬਹੁਤ ਸਾਰੀ ਕਮਿਊਨਿਟੀਜ਼ ਜਿਹੜੀਆਂ ਨੇ ਜੀ ਉਹਨਾਂ ਨੂੰ ਧੱਕਾ ਪਹੁੰਚਿਆ। ਹੁਣ ਸਾਡਾ ਜਿਹੜਾ ਦੇਸ਼ ਹੈ ਉਹ ਦੇਖੋ ਬਣਿਆ ਤਾਂ ਜਿੱਦਾਂ ਹੱਥ ਹੈ ਜਿਹੜਾ 5 ਉਂਗਲਾਂ ਨੇ ਵੱਖਰੀਆਂ ਵੱਖਰੀਆਂ, ਹੈ ਨਾ, ਤੇ ਉਸੇ ਤਰ੍ਹਾਂ ਹੀ ਸਾਡੇ ਦੇਸ਼ ਦੇ ਵਿੱਚ ਹੀ ਬਹੁਤ ਸਾਰੇ ਜਾਤ ਧਰਮ ਦੇ ਲੋਕ ਮਿਲ ਕੇ ਰਹਿੰਦੇ ਨੇ ਜੀ। ਤੇ ਇੱਕ ਇਸੇ ਤਰ੍ਹਾਂ ਦਾ ਮੈਂ ਕੁਝ ਹੋਰ ਸਤੀ ਸਾਹਿਬ ਸ਼ਗੂਫਾ ਸੁਣਿਆ ਕਿ ਇੱਕ ਜਿਹੜੀ CAA ਦਾ ਜਿਹੜਾ ਕਾਨੂੰਨ ਸੀ ਉਹਨੂੰ ਕਿਸੇ ਤਰੀਕੇ ਦੇ ਨਾਲ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਵਿੱਚੋਂ ਕੇਂਦਰ ਵੱਲੋਂ ਕੀਤੀ ਗਈ, ਤੇ ਇੰਡੀਅਨ ਮੁਸਲਿਮ ਲੀਗ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਪਾਈ ਗਈ ਆ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਜਿਹੜਾ ਪਿੱਛੇ ਬਹੁਤ ਰੌਲਾ ਪਿਆ ਸੀਗਾ CAA ਬਾਰੇ ਜੀ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹੜਾ ਨਾਗਰਿਕਤਾ ਸੋਧ ਬਿੱਲ, ਉਹਦੇ ਖਿਲਾਫ ਇੰਡੀਅਨ ਮੁਸਲਿਮ ਲੀਗ ਨੇ ਆਲਰੇਡੀ ਇੱਕ ਪਟੀਸ਼ਨ ਪਾਈ ਹੋਈ ਆ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਅਜੇ ਸੁਣਵਾਈ ਅਧੀਨ ਆ ਜੀ। ਹੁਣ ਸਰਕਾਰ ਨੇ ਨਵਾਂ ਇੱਕ ਸ਼ਗੂਫਾ ਛੱਡ ਦਿੱਤਾ, ਭਈ ਸ਼ਗੂਫਾ ਨਹੀਂ, ਸਰਕਾਰ ਇਹਨੂੰ ਮਟੀਰੀਅਲਾਈਜ਼ ਕਰ ਰਹੀ ਆ, ਇਹਨੂੰ ਅਮਲੀ ਜਾਮਾ ਪਵਾ ਰਹੀ ਆ, ਭਈ ਜਿਹੜਾ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਛੱਤੀਸਗੜ੍ਹ, ਇਹਦੇ ਵਿੱਚ ਜਿਹੜੇ ਬੰਗਲਾਦੇਸ਼, ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਹੋਏ ਗੈਰ ਮੁਸਲਿਮ ਨੇ, ਗੈਰ ਮੁਸਲਿਮ ਕੌਣ ਆ? ਹਿੰਦੂ, ਤੇ ਉਹਨਾਂ ਨੂੰ ਉਹ ਅਰਜ਼ੀਆਂ ਦੇਣ ਤੇ ਉਹਨਾਂ ਨੂੰ ਹਿੰਦੁਸਤਾਨ ਦੇ, ਭਾਰਤ ਦੇ ਨਾਗਰਿਕ ਬਣਾਇਆ ਜਾਏਗਾ। ਇੰਡੀਅਨ ਮੁਸਲਿਮ ਲੀਗ ਕਹਿੰਦੀ ਆ ਵੀ ਅਸੀਂ ਤਾਂ ਹਾਲੇ ਇਹ CAA ਦੇ ਤਹਿਤ ਹੋ ਰਿਹਾ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਤਹਿਤ,
ਵੀ ਅਸੀਂ ਤਾਂ ਪਹਿਲਾਂ ਹੀ ਇਹਦੇ ਖਿਲਾਫ ਗਏ ਹੋਏ ਆ। ਹੂੰ ਇਹਦੀ ਕਾਨੂੰਨੀ ਵੈਧਤਾ, ਜਾਇਜ਼ਤਾ ਦੇ ਵੀ ਇਹਦੀ ਕਾਨੂੰਨੀ ਜਾਇਜ਼ਤਾ ਕੀ ਆ। ਇੰਡੀਅਨ ਮੁਸਲਿਮ ਲੀਗ ਨੇ ਸੁਪਰੀਮ ਕੋਰਟ 'ਚ ਰਿਟ ਦਾਇਰ ਕਰਕੇ ਇਹ ਪੁੱਛਿਆ ਹੈਗਾ ਵੀ ਇਹ ਕਾਨੂੰਨੀ ਤੌਰ ਤੇ ਜਾਇਜ਼ ਵੀ ਹੈ ਜਾਂ ਨਹੀਂ ਹੈ, ਤੇ ਸਰਕਾਰ ਜਿਹੜੀ ਪੈਂਡਿੰਗ ਹੋਵੇ ਰਿਟ ਉਹਦੇ ਖਿਲਾਫ ਜਾ ਕੇ ਕੁਝ ਨਹੀਂ ਨਾ ਕਰ ਸਕਦੀ ਠੀਕ ਵੀ ਇਹ ਉਹਦੇ ਮਤਲਬ ਖਿਲਾਫ ਵਰਜੀ ਹੈਗੀ ਆ ਉਸ ਰਿਟ ਦੀ। ਇਸ ਕਰਕੇ ਪਹਿਲਾਂ ਰਿਟ ਦਾ ਨਿਪਟਾਰਾ ਹੋਵੇ, ਫਿਰ ਇਹ ਜਿਹੜੇ ਗੈਰ ਮੁਸਲਿਮ ਆ ਉਹਨਾਂ ਨੂੰ ਨਾਗਰਿਕਤਾ ਦੇਵੇ, ਅਰਜ਼ੀਆਂ ਲਵੇ, ਹਨਾ। ਠੀਕ ਸੋ ਉਹਦੇ ਤਹਿਤ ਇਹ ਪ੍ਰੋਸੈਸ ਸ਼ੁਰੂ ਕਰ ਲੈਣਾ ਵੀ ਤੁਸੀਂ ਅਰਜ਼ੀਆਂ ਦਿਓ। ਉਹ ਇੱਕ ਰਿਟ ਜਿਹੜੀ ਆ ਦੁਬਾਰਾ ਇਹਨਾਂ ਨੇ ਕੀਤੀ ਹੈਗੀ ਆ ਵੀ ਪਹਿਲਾਂ ਪਹਿਲੀ ਰਿਟ ਦਾ ਸਾਡੀ ਦਾ ਨਿਪਟਾਰਾ ਕੀਤਾ ਜਾਵੇ, ਇਹ ਖਿਲਾਫ ਵਰਜੀ ਹੈਗੀ ਆ। ਠੀਕ ਹੈ, ਸੋ ਇਹ ਮੋਟੇ ਤੌਰ ਤੇ ਇਹ ਹੈਗੀ ਮੋਟੇ ਤੌਰ ਤੇ ਇਹ ਚੀਜ਼ ਜੀ। ਅੱਛਾ ਸਤੀ ਸਾਹਿਬ, ਪਿੱਛੇ ਜੇ ਇੱਕ ਬਿਆਨ ਜਿਹੜਾ ਬਾਈਡਨ ਸਾਹਿਬ ਦਾ ਵੀ ਆਇਆ ਸੀ, ਉਹਨਾਂ ਨੇ ਇਹ ਕਿਹਾ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਲੋਕਤੰਤਰ ਕਹੇ ਜਾਣ ਵਾਲੇ ਦੇਸ਼ ਨੇ, ਜਿਨ੍ਹਾਂ ਦੇ ਵਿੱਚ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਪਰ ਲੋਕਤੰਤਰ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਖਤਰਾ ਹੈ, ਕਿਉਂਕਿ ਜਿੰਨੇ ਵੀ ਹੁਕਮਰਾਨ ਨੇ ਉਹ ਲੋਕਤੰਤਰ ਨਹੀਂ ਅਪਣਾ ਰਹੇ ਹੈਗੇ। ਉੱਥੇ ਨਾਦਰਸ਼ਾਹੀ ਹੈ, ਉੱਥੇ ਥੋੜ੍ਹਾ ਜਿਹਾ ਡਿਕਟੇਟਰਸ਼ਿਪ ਜਿਹੜੀ ਹੈ ਉਹ ਵਰਤੀ ਜਾਂਦੀ ਹੈ, ਔਰ ਹੁਕਮਰਾਨ ਇਹੀ ਕਰਦੇ ਨੇ। ਅੱਛਾ, ਹੁਣੇ ਕੇਂਦਰ ਦਾ ਇੱਕ ਹੋਰ ਕਾਨੂੰਨ ਜਿਹੜਾ ਉਹ ਕੇਂਦਰ ਵੱਲੋਂ ਪਾਸ ਕੀਤਾ ਗਿਆ, ਉਹ ਇਹ ਹੈ ਕਿ ਉਹਦੇ 'ਚ ਕਹਿ ਰਹੇ ਨੇ ਕਿ ਜਿੰਨੇ ਵੀ ਸੇਵਾ ਨਿਵਰਤ ਅਧਿਕਾਰੀ ਨੇ, ਖਾਸ ਤੌਰ ਦੇ ਉੱਤੇ ਜਿਨ੍ਹਾਂ ਦਾ ਸੰਬੰਧ ਸੁਰੱਖਿਆ ਦੇ ਨਾਲ ਹੈ, ਉਹ ਨਾ ਤਾਂ ਕੋਈ ਪੋਸਟ ਜਿਹੜੀ ਹੈ ਉਹ ਕਰ ਸਕਣਗੇ ਤੇ ਨਾ ਹੀ ਕੋਈ ਕਿਤਾਬ ਹੈ ਉਹ ਲਿਖ ਸਕਣਗੇ ਜਦੋਂ ਤੱਕ ਸਰਕਾਰ ਤੋਂ ਉਹ ਮਨਜ਼ੂਰੀ ਨਹੀਂ ਲੈ ਲੈਂਦੇ। ਜੇਕਰ ਉਹ ਮਨਜ਼ੂਰੀ ਨਹੀਂ ਲੈਂਦੇ ਤਾਂ ਉਹਨਾਂ ਦੀ ਪੈਨਸ਼ਨ ਰੋਕ ਦਿੱਤੀ ਜਾਏਗੀ। ਹਾਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੇਖੋ, ਜੋਗਿੰਦਰ ਸਿੰਘ CBI ਦੇ ਜੀ ਮੁਖੀ ਹੁੰਦੇ ਸੀ। ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਇਨਸਾਈਡ CBI ਕਿਤਾਬ ਲਿਖਦੇ ਆ। ਇਸ ਤਰ੍ਹਾਂ ਹੋਰ ਕਿੰਨੇ ਸਾਰੇ ਜਿਹੜੇ ਸੇਵਾ ਮੁਕਤ ਅਫਸਰ ਨੇ, ਵੱਡਿਆਂ ਅਹੁਦਿਆਂ ਤੋਂ ਰਿਟਾਇਰ ਹੁੰਦੇ ਆ, ਕੁਛ ਨਾ ਕੁਛ ਆਪਣੀਆਂ ਮੈਮੋਇਰਸ ਦੇ ਰੂਪ ਵਿੱਚ, ਯਾਦਾਂ ਦੇ ਰੂਪ ਦੇ ਵਿੱਚ ਕੋਈ ਕਿਤਾਬ ਲਿਖਦੇ ਆ, ਆਟੋਬਾਇਓਗ੍ਰਾਫੀਕਲ ਜਾਂ ਰਚਨਾ ਹੁੰਦੀ ਆ ਜਾਂ ਕੁਛ ਹੋਰ ਹੁੰਦਾ। ਸਰਕਾਰ ਨੇ ਇੱਕ ਤਰ੍ਹਾਂ ਦਾ, ਦੇਖੋ ਇਹ ਚੰਗੀ ਗੱਲ ਆ ਪਈ, ਜਿਹੜੇ ਮਹਿਕਮੇ 'ਚ ਹੁੰਦਿਆਂ ਤੁਸੀਂ ਖੁਫੀਆ ਭੇਦ ਤੁਹਾਡੇ ਕੋਲ ਹੁੰਦੇ ਆ ਜੀ, ਜਾਂ ਕੁਛ ਹੋਰ ਗੱਲਾਂ ਹੁੰਦੀਆਂ। ਉਹਨਾਂ ਨੇ ਕਿਹਾ ਵੀ ਖਾਸ ਕਰਕੇ ਦੇਸ਼ ਦੀ ਸੁਰੱਖਿਆ ਜਾਂ ਖੁਫੀਆ ਤੰਤਰ ਦੇ ਨਾਲ ਸੰਬੰਧਿਤ ਜਿਹੜੇ ਅਫਸਰ ਆ ਉਹ ਰਿਟਾਇਰਮੈਂਟ ਤੋਂ ਬਾਅਦ ਕੁਛ ਲਿਖ ਨਹੀਂ ਸਕਦੇ, ਕੋਈ ਪੋਸਟ ਨਹੀਂ ਪਾ ਸਕਦੇ। ਠੀਕ, ਜੇ ਅਜਿਹਾ ਕਰਦੇ ਤਾਂ ਉਹਨਾਂ ਦੀ ਪੈਨਸ਼ਨ ਰੋਕੀ ਜਾਏਗੀ, ਔਰ ਅਜਿਹਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਰਕਾਰ ਤੋਂ, ਸੰਬੰਧਿਤ ਮਹਿਕਮੇ ਤੋਂ ਆਗਿਆ ਲੈਣੀ ਪਏਗੀ। ਠੀਕ ਹੈ, ਤਾਂ ਇੱਕ ਤਰ੍ਹਾਂ ਤਾਂ ਦੇਖਣ ਨੂੰ ਤਾਂ ਇਹ ਐਂ ਲੱਗਦਾ ਪਈ ਸਰਕਾਰ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈਗਾ। ਠੀਕ ਹੈ, ਪਰ ਜੇ ਆਪਾਂ ਇਹਦਾ ਥੋੜ੍ਹਾ ਜਿਹਾ ਅੰਦਰ ਝਾਕਣ ਦੀ ਯਤਨ ਕਰੀਏ ਤਾਂ ਇਹ ਡਰਾਉਣ ਦੀ ਇੱਕ ਵਿਧੀ ਆ ਅਫਸਰਾਂ ਨੂੰ, ਭਈ ਜੇ ਕਿਤੇ ਮੂੰਹ ਖੋਲਿਆ ਤੁਸੀਂ ਵੀ ਕੀ ਕੁਛ ਹੋ ਰਿਹਾ ਮਹਿਕਮਿਆਂ ਦੇ ਵਿੱਚ, ਹੈ ਨਾ। ਇਹ ਦੇਸ਼ ਦੀ ਸੁਰੱਖਿਆ ਨਾਲੋਂ ਦੇਸ਼ ਦੇ ਅੰਦਰ ਕੀ ਕੁਛ ਹੋ ਰਿਹਾ, ਉਹਨਾਂ ਲੋਕਾਂ ਦੀ ਸੁਰੱਖਿਆ ਜਿਹੜੀ ਆ, ਉਹਨਾਂ ਲੋਕਾਂ ਦੀ, ਖਾਸ ਕਰਕੇ ਸਿਆਸਤਦਾਨਾਂ, ਭਈ ਜੋ ਅਸੀਂ ਕਰਦੇ ਰਹੇ ਆ ਇਹਨਾਂ ਅਫਸਰਾਂ ਦੇ ਨਾਲ, ਬਾਅਦ 'ਚ ਮੂੰਹ ਨਾ ਖੋਲਣ ਤਾਂ ਕਿ ਸਾਡੇ ਕੱਚੇ ਚੱਠੇ ਲੋਕਾਂ 'ਚ ਨਾ ਰੱਖਣ। ਮੈਨੂੰ ਇਹ ਜਿਹੜੀ ਮਗਰਲੀ ਗੱਲ ਹੈ ਇਹ ਜ਼ਿਆਦਾ ਲੱਗਦੀ ਆ, ਸਰਕਾਰ ਨੂੰ ਇਹ ਭੈ ਜ਼ਿਆਦਾ ਲੱਗ ਰਿਹਾ। ਸੋ ਦੇਖੋ, ਸਰਕਾਰਾਂ ਕਾਨੂੰਨ ਬਣਦੇ ਆ, ਰੱਦ ਹੁੰਦੇ ਆ, ਤਾਂ ਇਹਦੀ ਪ੍ਰੈਗਮੈਟਿਕਲੀ ਇਹ ਗੱਲ ਕਿੱਥੇ ਕੁ ਖੜੇਗੀ, ਜਿਹੜਾ ਪ੍ਰੈਕਟੀਕਲੀ ਕਿੱਥੇ ਖੜੇਗੀ, ਇਹ ਦੇਖਣ ਵਾਲੀ ਗੱਲ ਹੈ। ਅੱਛਾ, ਇਹਦੇ ਨਾਲ ਹੀ ਮੈਨੂੰ ਯਾਦ ਆਇਆ ਇੱਕ ਕਿੱਸਾ, ਨਿਰੰਜਨ ਸਿੰਘ, ਸਰਦਾਰ ਨਿਰੰਜਨ ਸਿੰਘ ਜੀ ਸੀ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸੀ ਜੀ। ਉਹਨਾਂ ਦੇ ਉੱਤੇ ਸੇਵਾ ਮੁਕਤੀ ਤੋਂ ਬਾਅਦ ਕੁਝ ਦੋਸ਼ ਲੱਗੇ ਸੀ, ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਭਈ ਜਿਹੜੇ ਹਿੰਦੁਸਤਾਨ ਦੇ ਬਿਹਤਰੀਨ ਆਲਾ ਅਫਸਰ, ਅੱਤ ਦੇ ਇਮਾਨਦਾਰ ਅਫਸਰ ਜੀ, ਉਹਨਾਂ 'ਚੋਂ ਇੱਕ ਨਿਰੰਜਨ ਸਿੰਘ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਸੀਗੇ। ਪਰਸੋਂ 31 ਮਈ ਨੂੰ ਉਹ ਰਿਟਾਇਰ ਹੁੰਦੇ ਆ ਜੀ, ਤੇ ਨਾਲ ਲੱਗਦਾ ਹੀ ਉਹਨਾਂ ਨੂੰ ਇੱਕ ਦੋਸ਼ ਪੱਤਰ ਫੜਾਤਾ ਜਾਂਦਾ ਭਈ ਤੁਸੀਂ ਜੀ 2016 ਜਦੋਂ ਬੇਟੀ ਦਾ ਵਿਆਹ ਕੀਤਾ ਸੀ, ਉਦੋਂ ਦਲਜੀਤ ਦੋਸਾਂਝ ਆਇਆ ਸੀ ਤੁਹਾਡੇ। ਅੱਛਾ ਜੀ। ਉਹਨਾਂ ਨੇ ਕਿਹਾ ਵੀ ਦਲਜੀਤ ਦੋਸਾਂਝ ਆਇਆ ਸੀ ਤੇ ਮੈਂ ਪੈਸੇ ਦਿੱਤੇ ਆ ਉਹਨੂੰ। ਠੀਕ ਹੈ ਨਾ, ਭਈ ਮੈਂ ਉਹਨੂੰ ਪੈਸੇ ਦੇ ਕੇ ਸੱਦਿਆ। ਦੋਸ਼ ਇਹ ਲਾਇਆ ਭਈ ਨਹੀਂ, ਪੈਸੇ ਹੀ ਨਹੀਂ ਦਿੱਤੇ, ਤੁਸੀਂ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਲਿਆ ਸੀਗਾ। ਭਈ ਉਹਦੇ ਖਿਲਾਫ ਫੇਮਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਤਹਿਤ ਕੇਸ ਚੱਲ ਰਿਹਾ ਸੀਗਾ, ਤੇ ਉਹ ਜੀ ਡਰਦਾ ਮਾਰਾ ਤੇ ਤੁਸੀਂ ਮਤਲਬ ਉਹਦਾ ਉਹ ਫਾਇਦਾ ਚੁੱਕ ਲਿਆ ਤੇ ਫਾਇਦਾ ਉਠਾ ਲਿਆ, ਤਾਂ ਇਸ ਕਰਕੇ ਉਹ ਆਇਆ ਸੀਗਾ। ਇਹ ਦੋਸ਼ ਲਾਇਆ ਹੈਗਾ। ਤੁਹਾਨੂੰ ਸ਼ਾਇਦ ਯਾਦ ਹੋਵੇ ਵੀ ਨਿਰੰਜਨ ਸਿੰਘ ਹੋਰੀ ਜੀ ਉਹ ਅਫਸਰ ਨੇ ਜਿਨ੍ਹਾਂ ਨੇ
6000 ਕਰੋੜ ਦੀ ਸਿੰਥੈਟਿਕ ਡਰੱਗ ਜਿਹੜੀ ਆ ਉਹਦਾ ਭਾਂਡਾ ਭੰਨਿਆ ਸੀ। ਜਗਦੀਸ਼ ਭੋਲਾ ਭਲਵਾਨ ਜਿਹੜਾ ਆ ਜੀ ਜੀ, ਉਹ ਅਜੇ ਵੀ ਉਹਦੀ ਜ਼ਮਾਨਤ ਨਹੀਂ ਹੋਈ ਉਸ ਕੇਸ ਦੇ ਵਿੱਚ। ਠੀਕ। ਔਰ ਆਪ ਜੀ ਨੂੰ ਯਾਦ ਹੀ ਹੋਣਾ ਵੀ 3 ਮੰਤਰੀਆਂ ਦੇ ਨਾਂ ਲਏ ਸੀ, ਜਿਨ੍ਹਾਂ ਚੋਂ ਵਿਕਰਮ ਮਜੀਠੀਆ ਇੱਕ ਸੀਗਾ ਜੀ। ਅੱਜ ਤੱਕ ਉਹ ਕੇਸ ਕਿਸੇ ਤਣ ਪੱਤਣ ਨਹੀਂ ਲੱਗਿਆ। ਉਲਟਾ ਕੀ ਹੋਇਆ ਸੀ ਭਈ ਬਦਲੀ ਇਹਨਾਂ ਦੀ ਜਲੰਧਰੋਂ ਚੁਕਾ ਕੇ ਕੋਲਕਾਤਾ ਦੀ ਕਰ ਦਿੱਤੀ ਗਈ। ਠੀਕ। ਫਿਰ ਰੌਲਾ ਰੱਪਾ ਪਿਆ, ਸਰਕਾਰ ਤੱਕ ਗੱਲ ਗਈ ਤੇ ਫਿਰ ਉਹ ਬਦਲੀ ਰੱਦ ਹੋਈ ਸੀ। ਉਸ ਪਿੱਛੋਂ ਐਡਵੋਕੇਟ ਰਜਿੰਦਰ ਮੰਡ ਜੀ, ਖੱਬੇ ਪੱਖੀ ਸੋਚ ਰੱਖਦੇ ਨੇ, ਉਹਨਾਂ ਨੇ ਕਿਹਾ ਵੀ ਦੇਖੋ ਉਹ ਵੀ ਉਦੋਂ ਜਦੋਂ ਇਹਨਾਂ ਦੀ ਬਦਲੀ ਹੋਈ ਆ ਕੋਲਕਾਤਾ, ਤੇ ਇੱਥੇ ਵਕੀਲ ਫਰੈਟਰਨਿਟੀ ਜਿਹੜੀ ਆ ਬਾਰ ਹੱਕ 'ਚ ਖੜੀ ਹੋਈ ਸੀ, ਹਾਂ ਦਾ ਨਾਰਾ ਮਾਰਿਆ ਸੀ ਨਿਰੰਜਨ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਵੀ ਇਹ ਗਲਤ ਕਰ ਰਹੀ ਆ ਸਰਕਾਰ। ਠੀਕ। ਉਹ ਕਹਿੰਦੇ ਵੀ ਉਦੋਂ ਤਾਂ ਚਲੋ ਉਹਨਾਂ ਦੀ ਬਦਲੀ ਰੁਕੀ, ਹੁਣ ਰਿਟਾਇਰ ਵੀ ਹੋ ਗਿਆ, ਵੀ ਕੇਸ ਤਾਂ ਇੰਨੇ ਸਾਲਾਂ ਸਰਕਾਰ ਨੇ ਕਿਸੇ ਪਾਸੇ ਨਹੀਂ ਲਾਇਆ ਤੇ ਉਲਟਾ ਦੋਸ਼ ਪੱਤਰ ਉਹਨੂੰ ਫੜਾਤਾ ਇੱਕ ਇਮਾਨਦਾਰ ਅਫਸਰ ਨੂੰ। ਸੋ ਦੇਖਣ ਵਾਲੀ ਗੱਲ ਤੇ ਇਹ ਆ ਕਮਲ ਜੀ ਭਈ ਸਰਕਾਰਾਂ ਅਫਸਰਾਂ ਦੇ ਨਾਲ ਕੀ ਕਰਦੀਆਂ, ਹੱਥ ਠੋਕੇ ਬਣਾ ਕੇ ਵਰਤਦੀਆਂ, ਮੁੜ ਕੇ ਕਿਸੇ ਨੂੰ ਖੁਦਕੁਸ਼ੀ ਕਰਨੀ ਪੈਂਦੀ ਤੇ ਕਿਸੇ ਨੂੰ ਕੁਝ ਹੋਰ ਕਰਨਾ ਪੈਂਦਾ। ਜਿਹੜੇ ਇਹੋ ਜਿਹੇ ਇਮਾਨਦਾਰ ਹੁੰਦੇ ਆ ਨਿਰੰਜਨ ਸਿੰਘ ਵਰਗੇ, ਉਹਨਾਂ ਨੂੰ ਇਮਾਨਦਾਰੀ ਦਾ ਸਰਕਾਰਾਂ ਇਹ ਮੁੱਲ ਦਿੰਦੀਆਂ ਵੀ ਰਿਟਾਇਰਮੈਂਟ ਵਾਲੇ ਦਿਨੇ ਹੀ ਦੋਸ਼ ਪੱਤਰ ਫੜਾਤੇ ਜਾਂਦੇ ਆ। ਸੋ ਇਦਾਂ ਹੁੰਦਾ ਆਇਆ, ਅੱਗੇ ਵੀ ਹੁੰਦਾ ਰਹਿਣਾ ਹੈਗਾ, ਹਨਾ। ਇਹ ਇਨਾਮ ਹੀ ਹੁੰਦਾ ਇੱਕ ਤਰ੍ਹਾਂ ਦਾ ਇਮਾਨਦਾਰੀ ਦਾ। ਬਿਲਕੁਲ ਠੀਕ ਜੀ। ਸੋ ਖਬਰਾਂ ਤਾਂ ਹੱਲੇ ਹੋਰ ਵੀ ਬਹੁਤ ਸਾਰੀਆਂ ਨੇ ਸਤੀ ਸਾਹਿਬ, ਪਰ ਵਕਤ ਜਿਹੜਾ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ। ਤੇ ਫਿਰ ਆਪਣੀ ਇਸ ਜਿਹੜੀ ਗੱਡੀ ਆ ਖਬਰਾਂ ਦੀ, ਇਹਨੂੰ ਇੱਥੇ ਹੀ ਬ੍ਰੇਕ ਲਾਉਂਦੇ ਆ ਜੀ। ਤੇ ਅਗਲੇ ਖਬਰ ਜੰਕਸ਼ਨ ਦੇ ਵਿੱਚ ਫਿਰ ਹੋਰ ਖਬਰਾਂ ਭਰ ਕੇ ਲਿਆਉਂਦੇ ਆ ਤੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਆ ਜੀ। ਬਿਲਕੁਲ ਜੀ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੁਹਾਡਾ ਵੀ ਧੰਨਵਾਦ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਵੀ ਕਰ ਸਕਦੇ ਹੋ ਤੇ ਸਾਡਾ ਇਹ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਤੇ ਅਗਲੇ ਪ੍ਰੋਗਰਾਮ ਖਬਰ ਜੰਕਸ਼ਨ ਦੇ ਲਈ ਦੇ ਦਿਓ ਸਾਨੂੰ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।